प्रधान राहुल गांधी गए सी। राहुल गांधी दे बाबत बीबा हरसिमरत कौर बादल जिन्हां ने एक ट्वीट किया, ट्वीट दे विच की कुछ लिखिया वो तुहाडे नाल जिथे गलबात साझी करनी है, तो उत्थे ये काफ़ी विस्तार की मंग कर रही है खबर। ਇਹਦੇ ਉੱਤੇ ਅਸੀਂ ਵਿਸਥਾਰ ਨਾਲ ਗੱਲਬਾਤ ਕਰਨੀ ਹੈ, ਪਰ 26 ਜਨਵਰੀ ਦੇ ਉੱਤੇ ਧਿਆਨ ਕੇਂਦਰਿਤ ਚਫੇਰੀ ਹੋਈਆਂ। ਸੁਰੱਖਿਆ ਏਜੰਸੀਆਂ ਵੀ ਚੌਕਸ ਨੇ, ਭਾਰਤ ਸਰਕਾਰ ਵੀ ਚੌਕਸ ਹੈ, ਇਹਦੇ ਨਾਲ ਨਾਲ ਨੌਜਵਾਨ ਤੇ ਕਿਸਾਨ ਵੀ ਚੌਕਸ ਹੈ। ਸਾਬਕਾ ਜਿਹੜੇ ਫੌਜੀ ਜਵਾਨ ਨੇ ਉਹਨਾਂ ਨੇ ਇੱਕ ਖਾਸ ਸਟੇਟਮੈਂਟ ਜਾਰੀ ਕੀਤੀ ਹੈ ਤੇ ਉਹਨੂੰ ਆਧਾਰ ਬਣਾ ਕੇ ਵੀ ਅਸੀਂ ਅੱਜ ਗੱਲਬਾਤ ਕਰਾਂਗੇ। ਤੇ ਦੂਸਰੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੋਰਾਂ ਦਾ ਇਹ ਆਖਣਾ ਕਿ ਕਿਸਾਨਾਂ ਕੋਲ ਕੋਈ ਠੋਸ ਤਜਵੀਜ਼ ਨਹੀਂ। ਇਹ ਆਪਣੇ ਆਪ ਦੇ ਵਿੱਚ ਇੱਕ ਹੈਰਾਨੀਜਨਕ ਜੀ ਖਬਰ ਹੈ ਕਿ ਕਿਸਾਨ ਤਾਂ ਪਹਿਲੀ ਮੀਟਿੰਗ ਵਿੱਚ ਵੀ ਤੇ ਇਸ ਆਖਰੀ ਮੀਟਿੰਗ ਵਿੱਚ ਵੀ ਤਜਵੀਜ਼ਾਂ ਹੀ ਲੈ ਕੇ ਜਾਂਦੇ ਆ, ਬਹੁਤੀਆਂ ਮੰਗਾਂ ਵੀ ਨਹੀਂ। ਘੱਟ ਪੜ੍ਹੇ ਲਿਖੇ ਵਿਅਕਤੀ ਨੂੰ ਵੀ ਉਹ ਸਮਝ ਆ ਸਕਦੀਆਂ ਨੇ ਕਿ ਮੰਗਾਂ ਕਿਹੜੀਆਂ ਨੇ ਤੇ ਉਹਨਾਂ ਤੇ ਕਾਰਵਾਈ ਕਿਹੋ ਜਿਹੀ ਚਾਹੀਦੀ ਹੈ। ਤੇ ਨਾਲ ਭਾਜਪਾ ਆਗੂ ਕਈ ਪੰਜਾਬ ਦੇ ਵਿੱਚ ਅੱਜ ਘੇਰੇ ਗਏ ਹੈ ਤੇ ਕਈਆਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭੇ ਤੇ ਹਰਿਆਣੇ ਵਾਲੇ ਖਬਰਾਂ ਵੀ ਇਸੇ ਪਾਸੇ ਦੀਆਂ ਦੇ ਰਹੇ ਨੇ। ਤੇ ਆਓ ਇਹ ਸਾਰੀਆਂ ਖਬਰਾਂ ਦੇ ਇਰਦ ਗਿਰਦ ਅਸੀਂ ਘੁੰਮਣਾ ਚਾਹਾਂਗੇ, ਤੁਹਾਨੂੰ ਅਸੀਂ ਨਾਲ ਰੱਖਣਾ ਚਾਹਾਂਗੇ, ਪਰ ਤੁਹਾਡੇ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਆਉਣੇ ਚਾਹੀਦੇ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਇਹਨਾਂ ਖਬਰਾਂ ਨੂੰ ਤੁਸੀਂ ਆਪਣੀ ਬਾਜ਼ ਅੱਖ ਨਾਲ ਕਿਵੇਂ ਦੇਖ ਰਹੇ ਹੋ। ਤੇ ਆਓ ਹੁਣ ਤੁਹਾਨੂੰ ਸਾਡੇ ਮੋਹਾਲੀ ਸਟੂਡੀਓ ਲੈ ਚੱਲਦਾ ਹਾਂ, ਜਿੱਥੇ ਸਾਡੇ ਸੀਨੀਅਰ ਜਰਨਲਿਸਟ ਪੁਨੀਤ ਕੌਰ ਅੱਜ ਪ੍ਰੋਗਰਾਮ ਦੌਰਾਨ ਸ਼ਿਰਕਤ ਕਰਨਗੇ। ਸਭ ਤੋਂ ਪਹਿਲਾਂ ਪੁਨੀਤ ਜੀ ਸਤਿ ਸ਼੍ਰੀ ਅਕਾਲ, ਸਵਾਗਤ ਜੀ ਆਨੂੰ ਜੀ। ਸਤਿ ਸ਼੍ਰੀ ਅਕਾਲ ਬੈਨੀਪਾਲ ਸਾਹਿਬ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ। ਪੁਨੀਤ ਜੀ, ਹਰ ਵਾਰ ਮੀਟਿੰਗ ਹੁੰਦੀ ਹੈ, ਮੀਟਿੰਗ ਦੇ ਵਿੱਚ ਕੁਝ ਆਸਾਂ ਕੁਝ ਉਮੀਦਾਂ ਜਾਗਦੀਆਂ ਨੇ, ਪਰ ਜਿਹੜੀ ਆ ਕੋਈ 9ਵੇਂ ਗੇੜ ਦੀ ਮੀਟਿੰਗ ਆਖੇ ਤੇ ਭਾਵੇਂ ਇਹਨੂੰ 10ਵੀਂ ਆਖੀਏ ਕਿਉਂਕਿ ਇੱਕ ਕੇਂਦਰੀ ਗ੍ਰਹਿ ਮੰਤਰੀ ਨਾਲ ਵੀ ਮੀਟਿੰਗ ਹੋਈ ਸੀ। ਕਿਸਾਨ ਆਗੂ ਪਹਿਲਾਂ ਹੀ ਆਖ ਰਹੇ ਸਨ ਕੋਈ ਬਹੁਤੀ ਉਮੀਦ ਤਾਂ ਹੈ ਨਹੀਂ, ਪਰ ਜਾਵਾਂਗੇ ਫਿਰ ਵੀ। ਉਸ ਮੀਟਿੰਗ ਦਾ ਥੋੜਾ ਜਿਹਾ ਹਾਲ ਦੱਸਿਓ ਜੀ, ਕੀ ਕੁਝ ਹੋਇਆ ਜੀ। ਜਦੋਂ ਵੀ ਅਸੀਂ ਇਹ ਕਹਿੰਦੇ ਹੈਗੇ ਆ ਕਿ ਮੀਟਿੰਗ ਜਿਹੜੀ ਹੈ ਉਹ ਬੇਸਿੱਟਾ ਤੇ ਨਿਕਲਦੀ ਹੈ, ਪਰ ਅਸੀਂ ਉਹਨੂੰ ਫੇਲ ਨਹੀਂ ਕਹਿ ਸਕਦੇ। ਸਾਨੂੰ ਇੱਕ ਫੁੱਟ ਸਟੈਪਸ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਅਜਿਹਾ ਪਹਿਲੀ ਵਾਰੀ ਹੋਇਆ ਹੈ। ਮਤਲਬ ਅਸੀਂ ਹਰ ਵਾਰੀ ਮੀਟਿੰਗ ਤੇ ਤੋਂ ਪਹਿਲਾਂ ਹੀ ਇਹ ਚੀਜ਼ ਜਿਹੜੀ ਹੈ, ਅਸੀਂ ਸਾਰੇ ਜੋਤਸ਼ੀ ਬਣ ਗਏ ਹੈਗੇ ਆ। ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੀਟਿੰਗ 'ਚ ਕੁਛ ਨਿਕਲਣਾ ਨਹੀਂ, ਤੇ ਇਸ 'ਚ ਉਹ ਵੀ ਲੋਕ ਨੇ ਪ੍ਰੈਡਿਕਟ ਕਰਨ ਵਾਲੇ ਜਿਨ੍ਹਾਂ ਦਾ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾਲ ਕੁਛ ਲੈਣਾ ਦੇਣਾ ਨਹੀਂ ਰਿਹਾ, ਜਿਨ੍ਹਾਂ ਨੇ ਅੱਜ ਤੱਕ ਅਖਬਾਰ ਵੀ ਨਹੀਂ ਪੜ੍ਹੀ ਹੋਣੀ। ਇਹ ਉਹ ਲੋਕ ਨੇ ਜਿਹੜੇ ਕਿ ਪਹਿਲਾਂ ਹੀ ਦੱਸ ਦਿੰਦੇ ਨੇ ਕੁਛ ਨਹੀਂ ਹੋਗਾ, ਆਪ ਦੇਖ ਲੈਣਾ ਇਸ ਬਾਰ ਵੀ ਕੁਛ ਨਹੀਂ ਹੋਗਾ। ਸੋ ਅਜਿਹੇ ਵਿੱਚ ਜਿਹੜਾ ਅਸੀਂ ਜਿਹਨੂੰ ਕਹਿ ਦਿੰਦੇ ਆ ਕਿ ਇਹ ਸੋਲਿਊਸ਼ਨ ਰੂਮ ਹੈ, ਇਹ ਸਮਾਧਾਨ ਕਕਸ਼ ਹੈ, ਉਹ ਤੇ ਤਾਂ ਕਾਂਟਾ ਹੀ ਮਾਰ ਦੋ, ਕਿਉਂਕਿ ਇਹ ਕਿਸੇ ਵੀ ਤਰ੍ਹਾਂ ਦਾ ਸੋਲਿਊਸ਼ਨ ਜਿਹੜਾ ਹੈ ਉਹ ਨਹੀਂ ਦੇ ਰਿਹਾ। ਤੁਸੀਂ ਜ਼ਿਕਰ ਕੀਤਾ ਨਰਿੰਦਰ ਤੋਮਰ ਦਾ, ਜਦੋਂ ਉਹਨਾਂ ਨੇ ਕਿਹਾ ਕਿ ਕੋਈ ਠੋਸ ਤਜਵੀਜ਼ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਆਪਣਾ ਇੱਕ ਮਸੌਦਾ ਤਿਆਰ ਕਰਕੇ ਕਿਉਂ ਨਾ ਇਹ ਸਾਨੂੰ ਦੇ ਦੇਣ, ਤੇ ਸਰਕਾਰ ਉਸ ਤੇ ਖੁੱਲੇ ਦਿਲ ਤੇ ਵਿਚਾਰ ਕਰਦੀ ਹੈ। ਤੁਹਾਨੂੰ ਈਮੇਲ ਕੀਤੀ, ਤੁਹਾਨੂੰ ਚਿੱਠੀਆਂ ਪਾਈਆਂ, ਤੁਹਾਨੂੰ ਹਰ ਤਰੀਕੇ ਨਾਲ ਵਰਬਲੀ ਸਮਝਾਇਆ, ਇੱਕ ਨੁਕਤੇ ਦੇ ਉੱਤੇ ਤੁਹਾਨੂੰ ਜਵਾਬ ਦਿੱਤੇ, ਕਲੈਰੀਫਿਕੇਸ਼ਨ ਦਿੱਤੀਆਂ, ਹਰ ਚੀਜ਼ ਸਮਝਾਈ ਕਿ ਇਹ ਕਾਨੂੰਨ ਅਸੀਂ ਕਿਉਂ ਕਾਲੇ ਕਾਨੂੰਨ ਕਹਿੰਦੇ ਆ ਤੇ ਅਸੀਂ ਕਿਉਂ ਇਹਨਾਂ ਨੂੰ ਰੱਦ ਕਰਾਉਣ ਦੀ ਮੰਗ ਤੇ ਅੜੇ ਹੋਏ ਆ। ਇਸ 'ਚ ਕੋਈ ਵੀ ਈਗੋਇਸਟਿਕ ਮਸਲਾ ਨਹੀਂ ਹੈਗਾ, ਇਹ ਵਾਕਈ ਸਾਡੇ ਅੱਜ ਦੀ ਤੇ ਸਾਡੀ ਭਵਿੱਖ ਦੀ ਗੱਲ ਹੈਗੀ ਆ। ਇੰਨੀ ਵਾਰੀ ਸਮਝਾਉਣ ਤੋਂ ਬਾਅਦ, ਇੰਨੀ ਵਾਰੀ ਲਿਖਤੀ ਦੇਣ ਤੋਂ ਬਾਅਦ ਹੁਣ ਕਿਹੜੇ ਮਸੌਦੇ ਦੀ ਗੱਲ ਕਰਦੇ ਨੇ? ਜਦੋਂ ਬਾਹਰ ਆਏ ਲੀਡਰਸ, ਜਦੋਂ ਬਾਹਰ ਆਏ ਕਿਸਾਨ ਆਗੂ, ਉਹਨਾਂ ਨੂੰ ਪੁੱਛਿਆ ਗਿਆ ਕਿ ਐਮਐਸਪੀ ਤੇ ਕੋਈ ਗੱਲ ਹੋਈ? ਉਹ ਕਹਿੰਦੇ ਯਾਰ ਉਹ ਗੱਲ ਹੀ ਨਹੀਂ ਕਰਦੇ ਹੈਗੇ ਐਮਐਸਪੀ ਤੇ। ਉਹ ਸਭ ਤੋਂ ਪਹਿਲਾਂ ਇੱਕ ਰਾਗ ਜਿਹੜਾ ਲਾਪ ਕੇ ਬਹਿ ਜਾਂਦੇ ਨੇ ਕਿ ਆਪ बताइए कि पहले हम इन पे बात कर लेते हैं, अमेंडमेंट्स पे बात कर लेते हैं, शोध पे बात कर लेते हैं, पहले ये निपटा देते हैं, फिर हम एमएसपी पे आते हैं। कहते गल ही इत्थों शुरू करते हैं कि हम अमेंडमेंट पे बात कर लेते हैं, ਅਸੀਂ ਸੋਧ ਤੇ ਗੱਲ ਕਰ ਲੈਂਦੇ ਆ। ਕਹਿੰਦੇ ਉਹ ਗੱਲ ਹੀ ਇੱਥੋਂ ਕਰਦੇ ਹੈਗੇ ਆ। ਫਿਰ ਉੱਥੋਂ ਹੀ ਇਹ ਗੱਲ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਉਹ ਪਹਿਲੇ ਪੁਆਇੰਟ ਤੋਂ ਇਹ ਗੱਲ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਮੀਟਿੰਗ ਦੀ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਉਹ ਕਿਸ ਤਰ੍ਹਾਂ ਰਹਿਣੀ ਹੈਗੀ ਹੈ। ਪਰ ਇਹ ਗੱਲ ਸਮਝਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਵੇਂ ਅੱਜ ਦਾ ਸਾਡਾ ਥੰਬਨੇਲ ਵੀ ਕਹਿੰਦਾ ਹੈਗਾ ਕਿ ਇਸ ਵਾਰ ਸਿਰਫ ਕਿਸਾਨ ਨਹੀਂ ਹੋਣੇ, ਇਹ ਜੈ ਜਵਾਨ ਜੈ ਕਿਸਾਨ ਹੋਣਾ ਆ। ਉਹ ਨਾਰਾ ਜਿਹੜਾ ਹੈ ਉਹ 26 ਤਰੀਕ ਨੂੰ ਸੱਚ ਹੁੰਦਾ ਨਜ਼ਰ ਆਏਗਾ। ਲੇਕਿਨ ਮੇਰੀ ਗੱਲ ਨੂੰ ਜਾਂ ਸੋਸ਼ਲ ਮੀਡੀਆ ਤੇ ਕਿਸੇ ਵੀ ਬਿਆਨ ਨੂੰ ਜਾਂ ਕਿਸੇ ਚੈਨਲ ਨੂੰ
ਅਜਿਹੇ ਤਰੀਕੇ ਨਾਲ ਲੈਣ ਦੀ ਲੋੜ ਨਹੀਂ ਹੈ ਜਿਹੜਾ ਕਿ ਲੱਗੇ ਕਿ ਹਮ ਦਿੱਲੀ ਫਤਿਹ ਕਰ लेंगे, हम लाल किले पे झंडा लहराएंगे, हम पार्लियामेंट को घेर लेंगे। ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਰਾਜੇਵਾਲ ਸਾਹਿਬ ਨੇ ਵੀ ਖੁੱਲੀ ਚਿੱਠੀ ਲਿਖੀ, ਉਹਨਾਂ ਨੇ ਸਟੇਜ ਤੋਂ ਵੀ ਕਿਹਾ ਕਿ ਇਸ ਨੂੰ ਗਲਤ ਮੋੜ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਏ, ਕਿਉਂਕਿ ਚਾਹਿਆ ਇਹੀ ਜਾ ਰਿਹਾ ਹੈ ਤੇ ਅਸੀਂ ਜੋ ਚਾਹ ਰਹੇ ਨੇ ਉਸ ਤੇ ਖਰੇ ਨਾ ਉਤਰੀਏ, ਅਸੀਂ ਉਸੇ ਤੇ ਖਰੇ ਉਤਰੀਏ ਜੋ ਅਸੀਂ ਸੋਚ ਕੇ ਆਏ। ਪੁਨੀਤ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਹਿੰਦੇ ਕਿ ਠੋਸ ਤਜਵੀਜ਼ ਦੇ ਦਿਓ, ਮਸੌਦਾ ਦੇ ਦਿਓ, ਤੁਹਾਨੂੰ ਵੀ ਯਾਦ ਹੋਣਾ, ਦਰਸ਼ਕਾਂ ਨੂੰ ਵੀ ਚੇਤਾ ਹੋਣਾ ਹੈ ਕਿ ਸਭ ਤੋਂ ਪਹਿਲੀ ਮੁਲਾਕਾਤ ਸੰਜੇ ਅਗਰਵਾਲ ਨਾਲ, ਜਿਹੜੇ ਖੇਤੀਬਾੜੀ ਸਕੱਤਰ ਨੇ, ਉਹਨਾਂ ਦੇ ਨਾਲ ਕਰਨ ਗਏ ਸੀ। ਜਦੋਂ ਦੇਖਿਆ ਕਿ ਉੱਥੇ ਨਾ ਕੋਈ ਸੰਬੰਧਿਤ ਮੰਤਰਾਲੇ ਦਾ ਮੰਤਰੀ ਹੈ ਤੇ ਨਾ ਕੋਈ ਹੋਰ ਮੰਤਰੀ ਪਹੁੰਚਿਆ ਤੇ ਕਿਸਾਨ ਉਸ ਮੀਟਿੰਗ ਦਾ ਬਾਈਕਾਟ ਕਰ ਆਏ ਸੀ, ਵਾਕਆਊਟ ਕਰ ਦਿੱਤਾ ਸੀ। ਉਹਦੇ ਤੋਂ ਬਾਅਦ ਫਿਰ ਲੱਗਿਆ ਕਿਸਾਨਾਂ ਦਾ ਕਿ ਥੋੜਾ ਜਿਹਾ ਪਾਰਾ ਇਹਨਾਂ ਨੂੰ ਲੱਗਦਾ ਕਿ ਗਰਮ ਹੋ ਰਿਹਾ, ਤੇ ਉਹਦੇ ਤੋਂ ਬਾਅਦ ਪੀਯੂਸ਼ ਗੋਇਲ ਵੀ ਆਉਣ ਲੱਗੇ, ਨਰਿੰਦਰ ਤੋਮਰ ਵੀ ਆਉਣ ਲੱਗੇ, ਤੇ ਇੱਕ ਪੰਜਾਬ ਵਾਲੇ ਮੰਤਰੀ ਨੂੰ ਵਿੱਚ ਬਿਠਾ ਲੈਂਦੇ ਆ ਕੋਰਮ ਪੂਰਾ ਕਰਨ ਦੇ ਵਾਸਤੇ। ਮੈਨੂੰ ਲੱਗਦਾ ਕਿ ਅੱਜ ਤੱਕ ਸ਼ਾਇਦ ਉਹ ਬੋਲੇ ਤਾਂ ਨਾ, ਹੁਣ ਚਲੋ ਪੰਜਾਬ ਦੇ ਉਹਨਾਂ ਨੂੰ ਨਾਲ ਬਿਠਾ ਜ਼ਰੂਰ ਲੈਂਦੇ ਆ। ਹੁਣ ਤੁਸੀਂ ਇਹ ਦੇਖੋ ਕਿ ਅੱਜ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਨੇ, ਸਭ ਤੋਂ ਪਹਿਲੀ ਮੰਗ ਹੁੰਦੀ ਹੈ ਕਿ ਸਾਨੂੰ ਘੱਟੋ ਘੱਟ ਸਮਰਥਨ ਮੁੱਲ MSP ਤੇ ਕਾਨੂੰਨੀ ਗਰੰਟੀ ਦੇ ਦਿਓ, ਲਿਖਤੀ ਗਰੰਟੀ ਦੇ ਦਿਓ। ਦੂਸਰਾ ਕਹਿੰਦੇ ਨੇ ਕਿ ਸਾਨੂੰ ਸੋਧਾਂ ਚਾਹੀਦੀਆਂ ਹੀ ਨਹੀਂ, ਸਾਨੂੰ ਤਾਂ ਕਾਨੂੰਨ ਰੱਦ ਚਾਹੀਦੇ ਨੇ। ਫਿਰ ਮਸੌਦਾ ਕਿਹੜਾ ਭਾਲਦੇ ਆ? ਜੇ ਅੱਜ ਤੱਕ, ਮੈਂ ਸ਼ੁਰੂ ਦੇ ਵਿੱਚ ਕਹਿ ਰਿਹਾ ਸੀ ਕਿ ਜੇਕਰ ਅੱਜ ਤੱਕ ਉਹਨਾਂ ਦੀਆਂ ਕਈਆਂ ਗੱਲਾਂ ਦਾ ਨਾ ਤੇ ਕੋਈ ਅਸਰ ਨਹੀਂ ਹੋਇਆ, ਉਹ ਤੇ ਵਾਰ-ਵਾਰ ਇਹ ਵੀ ਕਹਿੰਦੇ ਸੀ ਕਿ ਸਾਨੂੰ ਕਮੇਟੀ ਦੀ ਜ਼ਰੂਰਤ ਨਹੀਂ। ਜਿਹੜੀ 8 ਜਨਵਰੀ ਨੂੰ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ, 8 ਜਨਵਰੀ ਨੂੰ ਨਰਿੰਦਰ ਤੋਮਰ ਹੋਰਾਂ ਨੇ ਕਿਹਾ ਸੀ ਕਿ ਕਮੇਟੀ ਬਣਾ ਲਈਏ। ਉਹਦੇ ਤੋਂ ਪਹਿਲੀ ਮੀਟਿੰਗ ਜਿਹੜੀ 30 ਦਸੰਬਰ ਨੂੰ ਹੋਈ ਸੀ, ਉਹਦੇ ਵਿੱਚ ਵੀ ਕਿਹਾ ਸੀ ਕਮੇਟੀ ਬਣਾ ਲਈਏ। ਹੈਰਾਨੀ ਦੀ ਹੱਦ ਹੈ, ਅੱਜ ਫੇਰ ਆਖ ਦਿੱਤਾ ਕਿ ਆਪਾਂ ਇੱਕ ਕਮੇਟੀ ਬਣਾ ਲੈਂਦੇ ਹਾਂ, ਉਹ ਕਮੇਟੀ ਫੈਸਲਾ ਕਰੂਗੀ। ਹੁਣ ਕਿੰਨੀਆਂ ਕੁ ਕਮੇਟੀਆਂ ਬਣਾਓਗੇ ਜਾਂ ਕਿੰਨੀਆਂ ਕੁ ਕਮੇਟੀਆਂ ਬਣਵਾਓਗੇ? ਕਿਉਂਕਿ ਪਹਿਲਾਂ ਤਾਂ ਸੁਪਰੀਮ ਕੋਰਟ ਇੱਕ ਕਮੇਟੀ ਬਣਾਈ ਬੈਠੀ ਹੈ, ਭਾਵੇਂ ਕਿ ਉਹਦੇ ਜਿੰਨੇ ਵੀ ਬੰਦੇ ਸੀ ਉਹਨਾਂ ਚੋਂ ਇੱਕ ਤਾਂ ਆਪਣੇ ਆਪ ਤਿਲਾਂਜਲੀ ਦੇ ਗਿਆ, ਅਲਵਿਦਾ ਆਖ ਗਿਆ, ਕਿਉਂਕਿ ਕੌਣ ਰੋਹ ਚੱਲੇ ਲੋਕਾਂ ਦਾ। ਤੇ ਦੂਸਰੇ ਜਿਹੜੇ 3 ਬੰਦੇ ਹੁਣ ਉਹਦੇ ਵਿੱਚ ਰਹਿੰਦੇ ਆ, ਉਹ ਆਪਾਂ ਨੂੰ ਵੀ ਪਤਾ ਹੈ, ਕਿਉਂਕਿ MSP ਦਾ ਵਿਰੋਧੀ ਹੈ, ਕੋਈ ਕਾਰਪੋਰੇਟ ਘਰਾਣਿਆਂ ਦਾ ਚਮਚਾ ਹੈ, ਤੇ ਕੋਈ ਹੁਣ ਤੱਕ ਇਹਨਾਂ ਕਾਨੂੰਨਾਂ ਦਾ ਖੁੱਲ੍ਹੇਆਮ ਸਮਰਥਨ ਕਰ ਚੁੱਕਿਆ। ਤੇ ਫਿਰ ਜਿਹੜੇ ਸਮਰਥਨ ਕਰ ਚੁੱਕੇ ਨੇ, ਵੱਡੇ ਵੱਡੇ ਲੇਖ ਲਿਖ ਚੁੱਕੇ ਨੇ, ਤੇ ਹੋਰ ਕਿਹੜੀਆਂ ਸਿਫਾਰਸ਼ਾਂ ਉਹਨਾਂ ਤੋਂ ਚਾਹੁੰਦੇ ਆ? ਉਹ ਤਾਂ ਆਲਰੇਡੀ ਇਹਨਾਂ ਦੇ ਹੱਕ ਵਿੱਚ ਭੁਗਤ ਰਹੇ ਨੇ। ਤੇ ਦੂਸਰੀ ਗੱਲ, ਕਿਸਾਨ ਉਸ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕਿਆ, ਕਮੇਟੀ ਬਣੀ ਵੀ ਨਹੀਂ ਸੀ। ਤੇ ਉਸ ਕਮੇਟੀ ਦਾ ਹੁਣ ਕੀ ਅਸਰ ਰਹਿ ਜਾਂਦਾ? ਤੇ ਜਦੋਂ ਉਸ ਕਮੇਟੀ ਦੇ ਉੱਤੇ, ਜਦੋਂ ਕਿ ਭਾਰਤ ਦੀ ਸਿਖਰਲੀ ਅਦਾਲਤ ਨੇ ਉਹ ਕਮੇਟੀ ਬਣਾਈ ਹੈ, ਜਦੋਂ ਕਿਸਾਨ ਕਹਿੰਦੇ ਨੇ ਸਾਨੂੰ ਉਹ ਕਮੇਟੀ ਮਨਜ਼ੂਰ ਨਹੀਂ, ਫਿਰ ਨਰਿੰਦਰ ਤੋਮਰ ਹੋਰਾਂ ਦੀ ਸਿਆਣਪ ਦੇ ਉੱਤੇ ਮੈਨੂੰ ਤਾਂ ਕਈ ਵਾਰੀ ਚਿੰਤਾ ਹੁੰਦੀ ਹੈ ਕਿ ਉਹ ਫੇਰ ਕਮੇਟੀ ਦਾ ਰਾਗ ਅਲਾਪਦੇ ਆ। ਉਹ ਫੇਰ ਕਹਿੰਦੇ ਆ ਕਿ ਇਹਨਾਂ ਕੋਲ ਕੋਈ ਤਜਵੀਜ਼ ਨਹੀਂ। ਹੁਣ ਕਿਹੋ ਜੀ ਤਜਵੀਜ਼ ਉਹ ਚਾਹੁੰਦੇ ਆ? ਕਿਉਂਕਿ ਸੋਧਾਂ ਦੇ ਉੱਤੇ ਗੱਲ ਕਿੰਨੀ ਵਾਰੀ ਉਹਨਾਂ ਨੇ ਆਖੀ, ਸੋਧਾਂ ਨੂੰ ਕਿਸਾਨ ਕਦੇ ਨਹੀਂ ਮੰਨਦਾ। ਹੁਣ ਅਗਲੀ ਗੱਲ, ਉਹ ਕਹਿੰਦੇ ਕਿ ਅਗਲੀ ਮੀਟਿੰਗ ਆਪਾਂ ਫੇਰ ਕਰਨੀ ਹੈ। ਹੁਣ ਮੈਂ ਕਿਸਾਨ ਆਗੂ ਨਾਲ ਸਿੱਧੀ ਗੱਲ ਕੀਤੀ, ਮੈਂ ਕਿਹਾ ਮੈਨੂੰ ਇਹ ਦੱਸਿਓ, ਜਦੋਂ ਤੁਹਾਨੂੰ ਪਤਾ ਕਿ 12 ਜਨਵਰੀ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ, ਕਮੇਟੀ ਇੱਕ ਬਣਾ ਦਿੱਤੀ, 2 ਮਹੀਨੇ ਦਾ ਟਾਈਮ ਫਰੇਮ ਉਹਨਾਂ ਨੂੰ ਦੇ ਦਿੱਤਾ, ਫਿਰ ਤੁਸੀਂ ਗੱਲਬਾਤ ਕਾਹਦੇ ਵਾਸਤੇ ਕਰਨ ਜਾਣਾ? ਆ 19 ਨੂੰ ਫੇਰ ਕਿਉਂ ਜਾਣਾ? ਉਹ ਕਹਿੰਦੇ ਜਦੋਂ ਇਤਿਹਾਸ ਲਿਖਿਆ ਜਾਣਾ ਨਾ, 50 ਸਾਲਾਂ ਨੂੰ, 70 ਸਾਲਾਂ ਨੂੰ, 100 ਸਾਲਾਂ ਨੂੰ, ਲੋਕਾਂ ਨੇ ਤਾਂ ਇਤਿਹਾਸ 'ਚ ਪੜ੍ਹਨਾ ਹੈ ਕਿ ਸਰਕਾਰ ਬੁਲਾਉਂਦੀ ਰਹੀ ਕਿਸਾਨਾਂ ਨੂੰ, ਕਿਸਾਨ ਆਗੂਆਂ ਨੂੰ, ਪਰ ਕਿਸਾਨ ਆਉਂਦੇ ਹੀ ਨਹੀਂ ਸੀ। ਇਸੇ ਕਰਕੇ ਉਸ ਮਸਲੇ ਦਾ ਹੱਲ ਨਹੀਂ ਸੀ ਹੋਇਆ। ਉਹ ਕਹਿੰਦੇ ਅਸੀਂ ਕਾਲਾ ਟਿੱਕਾ ਮੱਥੇ ਤੇ ਲਵਾਉਣਾ ਨਹੀਂ ਚਾਹੁੰਦੇ, ਅਸੀਂ ਜਿਹੋ ਜਿਹੀਆਂ ਦਲੀਲਾਂ ਇਹ ਫੈਸਲਾ ਆਉਣ ਤੋਂ ਪਹਿਲਾਂ ਦਿੰਦੇ ਸੀ, ਅੱਜ ਦੀ ਮੀਟਿੰਗ ਵਿੱਚ ਵੀ ਦਲੀਲਾਂ ਉਹੀ ਦਿੱਤੀਆਂ ਨੇ। ਅੱਜ ਵੀ ਅਸੀਂ 2 ਟੁੱਕ ਉਹਨਾਂ ਨੂੰ ਆਖਿਆ ਕਿ ਇਹਦੇ ਤੋਂ ਘੱਟ ਸਾਨੂੰ ਜਾਂ ਕਿਸਾਨਾਂ ਨੂੰ ਮਨਜ਼ੂਰ ਕੁਝ ਨਹੀਂ। ਪਰ ਸਰਕਾਰ, ਮੈਨੂੰ ਲੱਗਦਾ ਕਿ ਨੀਤ ਵੀ ਮਾੜੀ ਹੈ ਤੇ ਨੀਤੀ ਵੀ ਖੋਟੀ ਹੈ। ਸਰਕਾਰ ਨੂੰ ਲੱਗਦਾ ਕਿ ਸ਼ਾਇਦ ਕਿਸਾਨ ਟਸ ਤੋਂ ਮਸ ਹੋ ਜਾਣਗੇ, ਕਿਉਂਕਿ ਕਿਸਾਨਾਂ ਦੇ ਬੁਲਾਰੇ 5 ਨੇ, ਭਾਵੇਂ ਜਾਂਦੇ 40 ਨੇ। 5 ਦੇ ਵਿੱਚੋਂ ਰਾਜੇਵਾਲ ਸਾਹਿਬ ਵੀ ਤੇ ਰਕੇਸ਼ ਟਕੈਤ ਹੋਰਾਂ ਨੇ ਆਖਿਆ, ਕਹਿੰਦੇ ਕੋਈ ਗੱਲ ਨਹੀਂ, 2024 ਤੱਕ ਸਰਕਾਰ ਹੈ ਨਾ, ਜੇ 2024 ਤੱਕ ਸਰਕਾਰ ਚੱਲ ਸਕਦੀ ਹੈ, ਸਾਨੂੰ ਫਿਰ ਬੈਠਣਾ ਵੀ ਕੋਈ ਮੁਸ਼ਕਲ ਨਹੀਂ। ਕਿਉਂਕਿ ਮੈਨੂੰ ਹੁਣ ਇਹ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਕੋਲ ਭੱਜਣ ਵਾਸਤੇ ਰਸਤਾ ਕੋਈ ਨਹੀਂ। ਉਹਨਾਂ ਨੇ ਦੇਖੋ ਅੱਜ ਤੱਕ ਅਦਾਲਤਾਂ ਦਾ ਕੰਮ ਕਾਨੂੰਨ ਦੇ ਹਿਸਾਬ ਦੇ ਨਾਲ ਉਹਦੀ ਵਿਆਖਿਆ ਕਰਕੇ ਫੈਸਲੇ ਸੁਣਾਉਣੇ ਹੁੰਦੇ ਨੇ, ਪਰ ਕਦੇ ਵਿਚੋਲਗੀ ਦੀ ਭੂਮਿਕਾ ਨਹੀਂ ਨਿਭਾਉਣੀ ਹੁੰਦੀ। ਇਹ ਪਹਿਲੀ ਵਾਰੀ ਹੈ ਕਿ ਅਦਾਲਤ ਸਾਲਸੀ ਬਣੀ ਹੈ, ਅਦਾਲਤ ਵਿਚੋਲੇ ਦੀ ਭੂਮਿਕਾ ਅਦਾ ਕਰਨ ਲੱਗੀ ਹੈ। ਮੈਂ ਕੱਲ ਵੀ ਜ਼ਿਕਰ ਕਰ ਰਿਹਾ ਸੀ, ਪੁਨੀਤ ਜੀ ਤੁਹਾਡਾ ਲੰਬਾ ਤਜਰਬਾ ਇਸ ਖੇਤਰ ਦੇ ਵਿੱਚ, ਮੈਨੂੰ ਦੱਸਿਓ ਕਿ ਜੇਕਰ ਪਿੰਡ ਸ਼ਹਿਰ ਦੇ ਵਿੱਚ ਕੋਈ ਕਤਲ ਹੋ ਜੇ, ਅਦਾਲਤ ਦੇ ਸਾਹਮਣੇ ਪੀੜਤ ਵੀ ਜਾਂਦਾ ਤੇ ਅਦਾਲਤ ਦੇ ਸਾਹਮਣੇ ਕਾਤਲ ਵੀ ਜਾਂਦਾ। ਅੱਜ ਤੱਕ ਕਦੇ ਇੰਜ ਹੋਇਆ ਕਿ ਅਦਾਲਤ ਨੇ ਕਿਹਾ ਹੋਵੇ ਭਾਈ ਆ ਪੀੜਤ ਬੈਠਾ, ਕਾਤਲ ਬੈਠਾ, ਤੁਹਾਨੂੰ ਕਮੇਟੀ ਬਣਾ ਦਿੰਦੇ, ਇੱਕ ਫੈਸਲਾ ਕਰ ਲਓ? ਉਹ ਪੀੜਤ ਨੂੰ ਇਨਸਾਫ ਦਿਵਾਉਂਦੀ ਹੁੰਦੀ ਹੈ ਤੇ ਕਾਤਲ ਨੂੰ ਸਜ਼ਾ ਸੁਣਾਉਂਦੀ ਹੁੰਦੀ ਹੈ।
ਆ ਤਾਂ ਪਹਿਲੀ ਵਾਰੀ ਹੋਇਆ ਕਿ ਅਦਾਲਤ ਵਿਚੋਲਿਆਂ ਵਾਲਾ ਕੰਮ ਕਰਨ ਲੱਗੇ ਤੇ ਫਿਰ ਉਹ ਵੀ ਸਭ ਤੋਂ ਸਿਖਰਲੀ ਸਭ ਤੋਂ ਵੱਡੀ ਅਦਾਲਤ ਇਸ ਤਰ੍ਹਾਂ ਦੇ ਫੈਸਲੇ ਸੁਣਾਵੇ। ਫਿਰ ਲੋਕਾਂ ਦਾ ਸਿਆਸੀ ਲੋਕਾਂ ਤੋਂ ਤਾਂ ਵਿਸ਼ਵਾਸ ਉੱਠਿਆ ਹੀ ਸੀ। ਰਹਿੰਦਾ ਖੂੰਦਾ ਕੰਮ ਅਦਾਲਤਾਂ ਜੋ ਕਰ ਰਹੀਆਂ ਨੇ, ਭਾਵੇਂ ਪਿਛਲੇ ਫੈਸਲੇ ਸੀ, ਭਾਵੇਂ ਆਹ ਫੈਸਲਾ ਸੁਣਾ ਦਿੱਤਾ। ਮੈਂ ਜਸਟਿਸ ਰਣਜੀਤ ਸਿੰਘ ਨੂੰ ਸੁਣਿਆ ਸੀ, ਮਾਰਕੰਡੇ ਕਾਟਜੂ ਨੂੰ ਮੈਂ ਸੁਣਿਆ, ਉਹ ਕਹਿੰਦੇ ਜਿਹੜਾ 2 ਮਹੀਨੇ ਬਾਅਦ ਫੈਸਲਾ ਆਉਣਾ, ਤੁਹਾਨੂੰ ਅੱਜ ਹੀ ਦੱਸ ਦਿੰਦੇ ਕਿ ਫੈਸਲਾ ਕੀ ਆਉਣਾ। ਤੁਹਾਨੂੰ ਵੀ ਲੱਗਦਾ ਕਿ ਇਸੇ ਤਰ੍ਹਾਂ ਦਾ ਫੈਸਲਾ ਆਉਣ ਦੀ ਸੰਭਾਵਨਾ ਹੈ? ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਜੋਤਸ਼ੀ ਹਰ ਕੋਈ ਬਣਿਆ ਫਿਰਦਾ, ਪਰ ਆਹ ਲੋਕ ਤਾਂ ਕਾਨੂੰਨ ਨੂੰ ਬੜੋਂ ਨੇੜਿਓਂ ਜਾਣਦੇ ਆ, ਲੰਬਾ ਸਮਾਂ ਜਸਟਿਸ ਰਹੇ ਹੈ, ਭਾਵੇਂ ਕੋਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰਿਹਾ, ਭਾਵੇਂ ਉਸ ਸਿਖਰਲੀ ਅਦਾਲਤ ਦਾ ਰਿਹਾ ਹੋਵੇ। ਜੀ ਤੁਸੀਂ ਜਸਟਿਸ ਕਾਟਜੂ ਦੀ ਗੱਲ ਕਰ ਰਹੇ ਹੋ। ਇੱਥੇ ਜਿਹੜੇ ਫੇਸਬੁੱਕੀ ਹੈਗੇ ਆ ਉਹ ਵੀ ਆਪਣੀ ਭਵਿੱਖਬਾਣੀ ਜਿਹੜੀ ਆ ਉਹ ਬੜੀ ਤਰੀਕੇ ਨਾਲ ਭਵਿੱਖਬਾਣੀ ਕਰ ਰਹੇ ਨੇ। ਉਹ ਪਹਿਲਾਂ ਹੀ ਕਹਿੰਦੇ ਵੀ ਜਿਹੜਾ ਜੋ ਫੈਸਲਾ ਕਮੇਟੀ ਨੇ ਦੇਣਾ ਉਸ ਨੂੰ ਪਹਿਲਾਂ ਹੀ ਦੱਸ ਦਿੰਦੇ ਆ। ਦੇਖੋ ਗੱਲ ਇਹ ਹੈ ਕਿ ਇੱਥੇ ਸਰਕਾਰ, ਭਾਵੇਂ ਉਹ ਚੈਨਲਸ ਹੋਣ, ਭਾਵੇਂ ਉਹ ਆਮ ਲੋਕ ਹੋਣ, ਜਿਵੇਂ ਕਿਸਾਨਾਂ ਵਾਸਤੇ ਇੱਕ ਸੌਫਟ ਕਾਰਨਰ ਬਣ ਗਿਆ। ਦੇਖੋ ਕਿਸਾਨਾਂ ਨੇ ਇਸ ਲਈ ਐਫਰਟਸ ਨਹੀਂ ਕੀਤੀਆਂ ਕਿ ਲੋਕਾਂ ਦੇ ਦਿਲਾਂ 'ਚ ਉਹਨਾਂ ਵਾਸਤੇ ਸੌਫਟ ਕਾਰਨਰ ਬਣੇ। ਇਹ ਧੁਰੋਂ ਹੀ ਹੈ ਕਿਉਂਕਿ ਕਿਸਾਨ ਸਹੀ ਨੇ ਤੇ ਜੋ ਸਹੀ ਹੁੰਦਾ ਉਹ ਅੱਜ ਨਹੀਂ ਤੇ ਕੱਲ ਉਹ ਚੀਜ਼ ਸਾਹਮਣੇ ਆਉਂਦੀ ਹੈ। ਪਰ ਸਰਕਾਰ ਦੀਆਂ ਕੋਸ਼ਿਸ਼ਾਂ ਕਿਸ ਤਰ੍ਹਾਂ, ਜਦੋਂ ਨਰਿੰਦਰ ਸਿੰਘ ਤੋਮਰ ਅੰਦਰ ਜਾਂਦੇ ਨੇ ਮੀਟਿੰਗ ਜਾਣ ਤੋਂ ਪਹਿਲਾਂ, ਉਹ ਗੱਲ ਕਰਦੇ ਨੇ ਕਿ ਸੁਪਰੀਮ ਕੋਰਟ ਦੀ ਗੱਲ ਤੇ ਸਭ ਨੂੰ ਮੰਨਣੀ ਪਏਗੀ, ਸਰਵਉੱਚ ਨਿਆਲੇ ਅਸੀਂ ਵੀ ਮੰਨਦੇ ਹੈਗੇ ਆ, ਅਸੀਂ ਵੀ ਹਮੇਸ਼ਾ ਮਾਣਯੋਗ ਸੁਪਰੀਮ ਕੋਰਟ ਕਹਿੰਦੇ ਆ, ਸਤਿਕਾਰਯੋਗ ਸੁਪਰੀਮ ਕੋਰਟ ਕਹਿੰਦੇ ਆ ਵੀ ਇਹ ਗੱਲ ਤਾਂ ਸਭ ਨੂੰ ਮੰਨਣੀ ਹੀ ਪਏਗੀ, ਜੋ ਉਹ ਕਹਿਣਗੇ ਵੀ ਉਹ ਤਾਂ ਕਰਨਾ ਹੀ ਹੁੰਦਾ। ਫਿਰ ਉਸ ਤੋਂ ਬਾਅਦ ਜਦੋਂ ਅੰਦਰ ਜਾਂਦੇ ਆ, ਜਿਸ ਸੁਪਰੀਮ ਕੋਰਟ ਦੀ ਕਮੇਟੀ ਦੀ ਇੰਨੀ ਜ਼ਿਆਦਾ ਵੈਲਿਊ ਹੈਗੀ ਆ, ਇੱਕ ਪੈਰਲਲ ਕਮੇਟੀ ਦੀ ਤੁਸੀਂ ਗੱਲ ਕਰ ਰਹੇ ਹੋ। ਇਹਦਾ ਮਤਲਬ ਇਹ ਆ ਤੁਸੀਂ ਕਿਸਾਨਾਂ ਨੂੰ ਇਹ ਕਹਿ ਦਿੱਤਾ ਕਿ ਚਲੋ ਤੁਹਾਨੂੰ ਉਹ ਕਮੇਟੀ ਨਹੀਂ ਨਾ ਮਨਜ਼ੂਰ, ਮਤਲਬ ਤੁਹਾਡੇ ਗੁਆਂਢ 'ਚ ਰਹਿੰਦੇ ਸੁਪਰੀਮ ਕੋਰਟ ਵਾਲੇ ਵੀ ਉਹ ਕਹਿਣਗੇ ਚਲੋ ਸੁਪਰੀਮ ਕੋਰਟ ਦੀ ਕਮੇਟੀ ਨਹੀਂ ਨਾ ਮਨਜ਼ੂਰ, ਤੁਸੀਂ ਆਪ ਦੀ ਕਮੇਟੀ ਬਣਾ ਲਓ ਜਿਹੜੀ ਮਸੌਦਾ ਬਣਾ ਕੇ ਦੇ ਦੇ, ਜਾਂ ਤੁਸੀਂ ਸਰਕਾਰ ਤੇ ਕਿਸਾਨ ਦਰਮਿਆਨ ਕੋਈ ਕਮੇਟੀ ਬਣਾ ਲਓ। ਮਤਲਬ ਇੱਕ ਸੌਫਟ ਕਾਰਨਰ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਆਮ ਜਨਤਾ ਦੇ ਵਿੱਚ ਕਿ ਉਹਨਾਂ ਨੂੰ ਲੱਗੇ ਕਿ ਸਰਕਾਰ ਤਾਂ ਹਰ ਇੱਕ ਗੱਲ ਕਰ ਰਹੀ ਹੈ, ਹਰ ਇੱਕ ਚੀਜ਼ ਕਰ ਰਹੀ ਹੈ ਕਿ ਮਤਲਬ ਕਿਸਾਨਾਂ ਨਾਲ ਕਿ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਖੁਸ਼ ਕਰ ਦਿੱਤਾ ਜਾਏ, ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਭਰਮਾ ਦਿੱਤਾ ਜਾਏ। ਯਾਨੀ ਕਿ ਪੂਰੀ ਮੀਟਿੰਗ ਹੋਈ ਇਸੇ ਲਈ ਰਹੀ ਹੈ ਕਿ ਕਿਸੇ ਤਰ੍ਹਾਂ ਨਾਲ ਕਿਸਾਨਾਂ ਨੂੰ ਮਨਾ ਲਿਆ ਜਾਏ। ਇਸ ਗੱਲ ਤੇ ਤਾਂ ਗੱਲ ਕਿੱਥੇ, ਤੁਸੀਂ ਕਈ ਚੈਨਲਸ ਦੇਖ ਲਓ ਉਹ ਇਹੀ ਚਲਾ ਰਹੇ ਨੇ, ਅਜੇ ਤੱਕ ਵੀ ਇਹੀ ਚਲਾ ਰਹੇ ਨੇ कि सरकार ने किसानों को मनाने की कोशिश, लेकिन किसानों ने सरकार की बात को ठुकरा दिया। सो गल ठुकरा दी, वो हेडलाइन है, ਉਹ ਹੈਡਲਾਈਨ ਹੈ, ਪਰ ਆਪ ਇਹ ਗੱਲ ਨਹੀਂ ਮੰਨ ਰਹੇ, ਹਰ ਵਾਰ ਨਹੀਂ ਮੰਨ ਰਹੇ, ਹਰ ਵਾਰ ਰਿਪੀਲ ਤੇ ਗੱਲ ਹੁੰਦੀ ਹੈ, ਹਰ ਵਾਰ ਉਸ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਇਹ ਕਿਤੇ ਹੈਡਲਾਈਨ ਨਹੀਂ ਬਣਦੀ ਹੈਗੀ ਜੀ। ਸੋ ਲੋਕ ਜਿਹੜੇ ਨੇ ਉਹ ਮੂਰਖ ਨਹੀਂ ਬੈਠੇ ਹੋਏ, ਲੋਕਾਂ ਨੂੰ ਇਹ ਗੱਲ ਜਿਹੜੀ ਹੈ ਬੜੀ ਚੰਗੀ ਤਰ੍ਹਾਂ ਸਮਝ ਆਉਂਦੀ ਹੈ ਤੇ ਇਹ ਜਾਣ ਕੇ ਨਾ ਬੜਾ ਇੱਕ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਸਿਰਫ ਪੰਜਾਬ ਹਰਿਆਣਾ ਦੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਹੈਗੀ। ਇਹ ਗੱਲ ਜਿਹੜੀ ਹੈ ਇਹ ਹਰ ਕੋਈ ਜਾਣ ਰਿਹਾ ਹੈਗਾ ਕਿ ਹਰ ਕਿਸੇ ਦਾ ਪਰਪਸ ਕੀ ਹੈ। ਵੱਖਰੇ ਵੱਖਰੇ ਇਲਜ਼ਾਮਾਤ ਜਿਹੜੇ ਨੇ ਉਹਨਾਂ ਨਾਲ ਜੋੜ ਦਿੱਤਾ ਜਾਂਦਾ। ਕੱਲ ਮੁੱਦਾ ਉੱਠਿਆ ਹਰਿਆਣਾ ਵਿੱਚ ਜਦੋਂ ਸੀਐਮ ਦੇ ਫੰਕਸ਼ਨ ਦੇ ਉੱਤੇ, ਉੱਥੇ ਉਸ ਪ੍ਰੋਗਰਾਮ ਦੇ ਉੱਤੇ ਜਦੋਂ ਹੰਗਾਮਾ ਹੋਇਆ ਤੇ 900 FIR ਜਿਹੜੀਆਂ ਦਰਜ ਕੀਤੀਆਂ ਗਈਆਂ। ਇੱਥੇ ਗੱਲ ਉੱਠੀ ਕਿ ਤੁਸੀਂ ਏਦਾਂ ਕਿਉਂ ਕਰ ਰਹੇ ਹੋ। NIA ਬਾਬਤ ਜਿਹੜੀ ਹੈ ਗੱਲ ਉੱਠੀ ਕਿ ਤੁਸੀਂ ਕਿਉਂ ਮਤਲਬ ਕੌਮੀ ਏਜੰਸੀ ਨੂੰ, ਕੇਂਦਰੀ ਏਜੰਸੀ ਨੂੰ ਤੁਸੀਂ ਇਦਾਂ ਬਾੜ ਰਹੇ ਹੈਗੇ ਹੋ ਅੰਦਰ, ਜਿੱਦਾਂ ਕਿ ਕੋਈ ਬਣਦਾ ਹੀ ਨਹੀਂ। ਸੋ ਇਹਨਾਂ ਗੱਲਾਂ ਤੇ ਗੱਲ ਉੱਠੀਆਂ ਨੇ, ਗੱਲਾਂ ਹੋਈਆਂ ਨੇ, ਪਰ ਜਿਹੜੀ ਮੁੱਦੇ ਦੀ ਗੱਲ, ਇਹ ਮੈਂ ਹੀ ਨਹੀਂ ਕਹਿ ਰਹੀ ਕਿ ਇਹ ਮੁੱਦੇ ਦੀਆਂ ਗੱਲਾਂ ਨਹੀਂ, ਪਰ ਜਿਸ ਕਰਕੇ ਉਹ ਜਾਂਦੇ ਨੇ ਉਸ ਤੇ ਖਾਲੀ ਆਤੀ ਵਾਪਸ ਪਰਤਦੇ। ਬਿਲਕੁਲ ਪੁਨੀਤ ਜੀ, ਜਿਹੜੀਆਂ ਦੋ ਗੱਲਾਂ ਦਾ ਤੁਸੀਂ ਜ਼ਿਕਰ ਕੀਤਾ ਇਹ ਬਣਦੀਆਂ ਨੇ। ਹੁਣ ਲੋਕਤੰਤਰ ਹੈ ਜੀ, ਤੁਸੀਂ ਦੇਖੋ ਕਿ ਕੈਮਲਾ ਪਿੰਡ ਦੀ ਗੱਲ ਕੀਤੀ ਹੈ ਤੁਸੀਂ, ਕਰਨਾਲ ਜ਼ਿਲ੍ਹੇ ਦੇ ਵਿੱਚ ਜਿੱਥੇ ਮਹਾ ਪੰਚਾਇਤ ਇਕੱਠੀ ਕਰਨੀ ਸੀ, ਜਿੱਥੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਜਾਣਾ ਸੀ, ਦੱਸਣਾ ਸੀ ਕਿ ਕਾਨੂੰਨ ਚੰਗੇ ਹੈ, ਕਾਨੂੰਨਾਂ ਦੀ ਮਹੱਤਤਾ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੇ ਫਿਊਚਰ ਦੇ ਵਿੱਚ ਕੀ ਹੋਣੀ ਹੈ। ਦੇਖੋ ਉਸ ਪ੍ਰੋਗਰਾਮ ਤੋਂ ਪਹਿਲਾਂ ਕਿਸਾਨ ਆਗੂ ਜਾਂਦੇ ਨੇ, ਕਿਸਾਨ ਸਮਰਥਨ ਕਰਨ ਵਾਲੇ ਲੋਕ ਜਾਂਦੇ ਹੈ, ਉਸ ਪਿੰਡ ਦੀ ਪੰਚਾਇਤ ਨੂੰ ਤੇ ਪਿੰਡ ਦੇ ਲੋਕਾਂ ਨੂੰ ਮਿਲਣ ਜਾਂਦੇ ਆ ਕਿ ਤੁਹਾਡੇ ਮੂਹਰੇ ਹੱਥ ਬੰਨ੍ਹਦੇ ਆ, ਇਹ ਪ੍ਰੋਗਰਾਮ ਨਾ ਕਰਵਾਇਓ, ਕਿਉਂਕਿ ਅੱਜ ਸ਼ਾਇਦ ਤੁਹਾਨੂੰ ਇਸ ਗੱਲ ਦਾ ਇਲਮ ਨਾ ਹੋਵੇ ਕਿ ਜੇਕਰ ਇਹ ਕਾਨੂੰਨ ਇਨ ਬਿਨ ਲਾਗੂ ਹੋ ਜਾਂਦੇ ਹੈ ਤਾਂ ਸਿਰਫ ਕਿਸਾਨਾਂ ਤੇ ਮਾਰ ਨਹੀਂ ਪੈਣੀ, ਜਿਹੜਾ ਬੰਦਾ ਰੋਟੀ ਖਾਂਦਾ, ਜਿਹਨੂੰ ਭੁੱਖ ਲੱਗਦੀ ਹੈ, ਉਹਨੂੰ ਵੀ ਇਸ ਮਹਿੰਗਾਈ ਦੀ ਮਾਰ ਝੱਲਣੀ ਪਏਗੀ। ਪਰ ਉੱਥੇ ਹੁੱਲੜਬਾਜ਼ ਪਹਿਲਾਂ ਹੀ ਪਹੁੰਚੇ ਹੋਏ ਸੀ, ਪਰ ਕਿਸਾਨ ਚੰਗੇ ਰਹੇ। ਉਹ ਕਹਿੰਦੇ ਦੇਖੋ ਅਸੀਂ ਆਏ ਸੀ ਸਮਝਾਉਣ, ਤੁਸੀਂ ਸਾਡੀ ਗੱਲ ਨਹੀਂ ਸੁਣਨਾ ਚਾਹੁੰਦੇ, ਪਰ ਕੋਈ ਨਹੀਂ, ਐਤਵਾਰ ਨੂੰ ਤੁਸੀਂ ਹੁਣ ਪ੍ਰੋਗਰਾਮ ਰੱਖ ਕੇ ਦੇਖਿਓ। ਤੁਸੀਂ ਕਹਿੰਦੇ ਹੋ ਪ੍ਰੋਗਰਾਮ ਕਰਨਾ ਤੇ ਕਿਸਾਨਾਂ ਦੀ ਤੁਸੀਂ ਇਹ ਦੇਖੋ ਕਿ ਤਾਕਤ ਕੀ ਆ, ਅਸੀਂ ਪ੍ਰੋਗਰਾਮ ਹੋਣ ਨਹੀਂ ਦੇਣਾ। ਤੁਸੀਂ ਦੇਖੋ ਕਿ ਇੱਕ ਪਾਸੇ ਪੁਲਿਸ ਵੀ ਆ, ਪ੍ਰਸ਼ਾਸਨ ਵੀ ਆ ਤੇ ਸਰਕਾਰ ਉਹਨਾਂ ਦੀ ਆਪਣੀ ਹੈ। ਤਾਕਤਵਰ ਕੌਣ ਹੋ ਕੇ ਨਿਬੜਿਆ? ਆਖਰਕਾਰ ਹਵਾ ਦੇ ਵਿੱਚ ਹੈਲੀਕਾਪਟਰ ਘੁੰਮਦਾ ਤਾਂ ਰਿਹਾ ਪਰ ਹੇਠਾਂ ਨਹੀਂ ਉਤਰ ਸਕਿਆ।
ਟੈਂਟ ਉਹਨਾਂ ਨੇ ਲਾਇਆ ਤਾਂ ਆਪ, ਪਰ ਪੁੱਟ ਆਪ ਨਹੀਂ ਸਕੇ। ਕੁਰਸੀਆਂ ਦੇ ਉੱਤੇ ਨਾਂ ਤਾਂ ਲਿਖੇ ਸੀ, ਪਰ ਲੱਤ ਕਿਸੇ ਕੁਰਸੀ ਦੀ ਕਿਤੇ ਪਈ ਸੀ ਤੇ ਬਾਂਹ ਕਿਸੇ ਕੁਰਸੀ ਦੀ ਕਿਤੇ ਪਈ ਸੀ। ਤੇ ਆਖਰਕਾਰ ਤੁਸੀਂ ਦੇਖੋ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹ ਕਹਿਣਾ ਪੈ ਗਿਆ ਕਿ ਮਨੋਹਰ ਲਾਲ ਖੱਟੜ ਜੀ, ਤੁਸੀਂ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਲੋਕਾਂ ਨੂੰ ਸਮਝਾਉਣ ਦੇ ਬਾਬਤ ਜਿਹੜੇ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਸਮੁੱਚੇ ਹਰਿਆਣੇ ਦੇ ਵਿੱਚ, ਇਹ ਪ੍ਰੋਗਰਾਮ ਨਾ ਕਰੋ, ਕਿਉਂਕਿ ਇਸ ਵਕਤ ਵੱਡੇ ਪੱਧਰ ਤੇ ਵਿਰੋਧਤਾ ਜਾਰੀ ਹੈ। ਅੱਜ ਤੱਕ ਨਹੀਂ ਤਾਂ ਮਨੋਹਰ ਲਾਲ ਖੱਟੜ ਮੰਨਦਾ ਹੀ ਨਹੀਂ ਸੀ ਕਿ ਹਰਿਆਣੇ ਦਾ ਕਿਸਾਨ ਇਸ ਸਮਰਥਨ ਵਿੱਚ ਪਹੁੰਚਿਆ ਹੋਇਆ। ਤੇ ਦੂਸਰੀ ਗੱਲ, ਪਿੰਡ ਪਿੰਡ ਆਵਾਜ਼ ਆਈ, ਪਿੰਡ ਪਿੰਡ ਲੱਗੇ ਬੋਰਡ ਕਿ ਹਰਿਆਣੇ ਦੇ ਵਿੱਚ ਨਾ ਜੇਜੇਪੀ ਵਾਲੇ ਨੂੰ ਜਾਂ ਬੀਜੇਪੀ ਵਾਲੇ ਕਿਸੇ ਵੀ ਅਸੀਂ ਲੀਡਰ ਨੂੰ ਵੜਨ ਤੱਕ ਨਹੀਂ ਦੇਣਾ। ਤੇ ਫਿਰ 26 ਜਨਵਰੀ ਨੂੰ ਤੁਹਾਨੂੰ ਪਤਾ ਕਿ ਹਰ ਇੱਕ ਐਮਐਲਏ ਨੂੰ, ਹਰ ਇੱਕ ਵਜ਼ੀਰ ਤੇ ਹਰ ਇੱਕ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਨੂੰ ਉਡੀਕ ਹੁੰਦੀ ਹੈ ਕਿ ਮੈਂ ਝੰਡਾ ਲਹਿਰਾਉਣਾ ਹੈ। ਹੁਣ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਹਰਿਆਣੇ ਦੇ ਵਿੱਚ ਕੋਈ ਵੀ ਬੀਜੇਪੀ ਤੇ ਜੇਜੇਪੀ ਦਾ ਲੀਡਰ ਝੰਡਾ ਨਹੀਂ ਲਹਿਰਾਊਗਾ। ਹੁਣ ਜੇ ਹਾਲੇ ਵੀ ਸਮਝ ਨਹੀਂ ਨਾ ਆ ਰਹੀ, ਮੈਨੂੰ ਲੱਗਦਾ ਫਿਰ ਤਾਂ ਇਹਨਾਂ ਨੂੰ ਕਿਸੇ ਮੰਗਲ ਗ੍ਰਹਿ ਤੇ ਭੇਜ ਦੇਣਾ ਚਾਹੀਦਾ, ਛੱਡ ਦੇਣਾ ਚਾਹੀਦਾ, ਤਾਂ ਕਿ ਇਹਨਾਂ ਨੂੰ ਘੱਟੋ ਘੱਟ ਇਲਮ ਆ ਜਾਏ ਕਿ ਆਹ ਜਿਹੜੇ ਲੋਕ ਨੇ ਇਹਨਾਂ ਤੇ ਤਾਂ ਨਹੀਂ ਅਸੀਂ ਰਾਜ ਕਰ ਸਕਦੇ। ਪਰ ਇਹਨਾਂ ਨੇ ਸਾਨੂੰ ਉਹ ਵੇਲਾ ਸੀ ਜਦੋਂ ਕੁਝ ਵਰੇ ਪਹਿਲਾਂ ਸਾਨੂੰ ਵੋਟਾਂ ਪਾ ਕੇ ਆਪਣੀ ਵਾਗਡੋਰ ਸੰਭਾਲੀ ਸੀ, ਮਤਦਾਨ ਕੀਤਾ ਸੀ, ਪਰ ਉਹ ਮਤ ਅਸੀਂ ਨਹੀਂ ਲਈ ਦਾਨ ਦੇ ਵਿੱਚ, ਪਰ ਅਸੀਂ ਆਪਣੀ ਮਤ ਦੇ ਅਨੁਸਾਰ ਫੈਸਲੇ ਕਰਨ ਲੱਗ ਪਏ। ਇਸ ਕਰਕੇ ਲੋਕ ਸਾਡੀਆਂ ਇਹ ਲੂੰਬੜ ਚਾਲਾਂ ਪਸੰਦ ਨਹੀਂ ਕਰ ਰਹੇ। ਤੇ ਅੱਜ ਇੱਕ ਤੋਂ ਬਾਅਦ ਇੱਕ ਖਬਰਾਂ ਆਈਆਂ ਨੇ। ਸ਼ਵੇਤ ਮਲਿਕ ਰਾਜ ਸਭਾ ਮੈਂਬਰ ਹੈ, ਤੁਹਾਨੂੰ ਪਤਾ ਹੀ ਹੈ। ਅੰਮ੍ਰਿਤਸਰ ਦੇ ਪੁਤਲੀ ਘਰ ਇਲਾਕੇ ਦੇ ਵਿੱਚ ਇੱਕ ਜਿਮਨੇਜ਼ੀਅਮ ਦਾ, ਇੱਕ ਜਿਮ ਦਾ ਉਦਘਾਟਨ ਕਰਨਾ ਸੀ। ਤੁਸੀਂ ਦੇਖੋ ਕਿ ਆਪਣੇ ਘਰੋਂ ਉਦਘਾਟਨ ਕਰਨ ਵਾਸਤੇ ਨਿਕਲੇ ਤਾਂ ਜ਼ਰੂਰ, ਪਰ ਲੋਕਾਂ ਨੇ ਜਿਮ ਦਾ ਉਦਘਾਟਨ ਨਹੀਂ ਕਰ ਦਿੱਤਾ। ਭਵਾਨੀਗੜ੍ਹ ਦੇ ਵਿੱਚ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਇੱਕ ਸੂਬਾਈ ਲੀਡਰ, ਉਹ ਉੱਥੇ ਉਹਨੇ ਇੱਕ ਮੀਟਿੰਗ ਕਰਨੀ ਸੀ। ਪਤਾ ਲੱਗ ਗਿਆ ਕਿਸਾਨਾਂ ਨੂੰ ਕਿ ਮੀਟਿੰਗ ਕਰਨ ਆ ਗਿਆ। ਤੁਸੀਂ ਦੇਖੋ ਪਤਾ ਨਹੀਂ ਕਿੱਡਾ ਕੁ ਪਲੰਦਾ ਲਿਖ ਕੇ ਲਿਆਇਆ ਹੋਣਾ, ਪਤਾ ਨਹੀਂ ਕਿੰਨੀਆਂ ਕੁ ਗੱਲਾਂ ਉਹਨਾਂ ਨੇ ਕਿਸਾਨਾਂ ਨਾਲ ਜਾਂ ਉਹਨੇ ਭਾਜਪਾਈਆਂ ਦੇ ਨਾਲ ਕਰਨੀਆਂ ਹੋਣਗੀਆਂ। 5-7 ਮਿੰਟਾਂ ਦੇ ਵਿੱਚ ਜਦੋਂ ਪਤਾ ਲੱਗਿਆ ਕਿ ਕਿਸਾਨ ਇਸ ਸਥਾਨ ਵੱਲ ਨੂੰ ਵਹੀਰਾਂ ਘੱਤ ਚੁੱਕੇ ਨੇ, ਭੱਜਣਾ ਤੇ ਚਾਹਿਆ, ਪਰ ਕਿਸਾਨ ਮੁਸਤੈਦ ਸੀ। ਕਿਸਾਨਾਂ ਨੇ ਘੇਰਾ ਪਾ ਲਿਆ, ਹੱਥ ਜੋੜ ਕੇ ਖਿਆਲ ਛੁਡਾਇਆ ਕਿ ਮੈਂ ਤਾਂ ਤੁਹਾਡੇ ਵਾਲੇ ਪਾਸੇ ਦਾ ਹੀ ਹਾਂ। ਸੋ ਜੇਕਰ ਕਿਸੇ ਵੀ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਲੋਕ ਬੋਲਣ ਨਹੀਂ ਦੇ ਰਹੇ, ਕਿਤੇ ਉਦਘਾਟਨ ਨਹੀਂ ਕਰਨ ਦੇ ਰਹੇ, ਫਿਰ ਹਲੇ ਵੀ ਕੜਛੀਆਂ ਡੋਰੇ ਚਮਚੇ ਹੀ ਬਣੇ ਹੋਏ ਹੈ। ਹਾਲ ਦੁਹਾਈ ਪਾ ਦੇਣ ਜਾ ਕੇ ਉੱਥੇ, ਦੱਸ ਦੇਣ ਕਿ ਸਾਡਾ ਤਾਂ ਘਰਾਂ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ, ਸਾਨੂੰ ਤਾਂ ਕਿਤੇ ਉਦਘਾਟਨ ਤੱਕ ਕਰ ਨਹੀਂ ਦਿੱਤਾ ਜਾਂਦਾ। ਜੇ ਹਾਲੇ ਵੀ ਨਾ ਇਹਨਾਂ ਨੇ ਜਾ ਕੇ ਕਹਿਣਾ ਨਹੀਂ ਨਹੀਂ ਮੋਦੀ ਸਾਹਿਬ, ਰਾਜਨਾਥ ਜੀ ਬਹੁਤ ਕਮਾਲ ਦੇ ਕਾਨੂੰਨ ਨੇ, ਤਾਂ ਮੁੱਠੀ ਭਰ ਲੋਕ ਹੈ, ਇਹ ਟੁਕੜੇ ਟੁਕੜੇ ਗੈਂਗ ਦੇ ਲੋਕ ਹੈ, ਇਹ ਖਾਲਿਸਤਾਨੀ ਨੇ, ਇਹ ਮਾਓਵਾਦੀ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ ਆਉਂਦੀ। ਆਓ ਹਮ ਬੈਠਦੇ ਹਾਂ, ਆਪਾਂ ਮਿਲ ਕੇ ਫਿਰ ਵਿਚਾਰ ਕਰ ਲੈਂਦੇ ਹਾਂ ਕਿ ਕਾਨੂੰਨ ਕੀ ਨੇ। ਜੇ 7 ਮਹੀਨਿਆਂ ਦੇ ਵਿੱਚ, ਮੈਂ ਤਾਂ ਇਹ ਵੀ ਮਹਿਸੂਸ ਕਰ ਰਿਹਾ ਸੀ, ਇਹ 7 ਮਹੀਨੇ ਹੋ ਗਏ ਇਹਨਾਂ ਆਰਡੀਨੈਂਸਸ ਨੂੰ, ਜੇ 7 ਮਹੀਨਿਆਂ ਦੇ ਵਿੱਚ ਜਿਹੜੇ ਬੁੱਧੀਜੀਵੀ 4 ਬਣਾਏ ਸੀ, ਜਿਨ੍ਹਾਂ ਚੋਂ 3 ਰਹਿ ਗਏ ਆ, ਜਿਹੜੇ ਵੱਡੇ ਵੱਡੇ ਲੇਖ ਲਿਖਦੇ ਰਹੇ ਆ, ਟਵੀਟ ਕਰਦੇ ਰਹੇ, ਜੇ 7 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਸਮਝ ਨਹੀਂ ਨਾ ਆਈ, ਮੈਨੂੰ ਤਾਂ ਲੱਗਦਾ ਇਹਨਾਂ ਨੇ 700 ਵਾਰੀ ਪੜ੍ਹ ਲਏ ਹੋਣਗੇ ਕਾਨੂੰਨ। ਫਿਰ 2 ਮਹੀਨੇ ਇਹਨਾਂ ਨੂੰ ਕਾਹਦੇ ਵਾਸਤੇ ਦੇਣੇ ਸੀ? 7 ਦਿਨ ਦੇ ਦਿੰਦੇ, 2 ਦਿਨ ਦੇ ਦਿੰਦੇ ਕਿ ਤੁਸੀਂ ਕਾਨੂੰਨ ਵਿਸਥਾਰ ਨਾਲ ਪੜ੍ਹੇ ਹੋਏ ਨੇ, ਇੱਕ ਵਾਰੀ ਖੋਲ ਕੇ ਦੱਸ ਦਿਓ, ਕਿਉਂਕਿ ਕੰਮ ਅਦਾਲਤ ਦਾ ਸੀ ਇਹ ਦੱਸਣਾ ਕਿ ਇਹ ਕਾਨੂੰਨ ਗੈਰ ਕਾਨੂੰਨੀ ਨੇ, ਸੰਵਿਧਾਨਕ ਨੇ ਜਾਂ ਗੈਰ ਸੰਵਿਧਾਨਕ ਨੇ। ਪਰ ਜੇ ਕਮੇਟੀ ਬਣਾਈ ਵੀ ਸੀ ਤਾਂ 5-7 ਦਿਨ ਦੇ ਦਿੰਦੇ। ਕਿਉਂ ਲੋਕਾਂ ਦਾ ਪੈਸਾ ਇਹਨਾਂ ਦੇ ਢਿੱਡਾਂ 'ਚ ਪਾਉਣਾ? ਕਾਰਾਂ ਵੀ ਦੇਣਗੇ, ਪੱਤੇ ਵੀ ਦੇਣਗੇ, ਕੋਈ ਸਥਾਨ ਵੀ ਦੇਣਗੇ, ਹੋਰ ਸੁੱਖ ਸਹੂਲਤਾਂ ਵੀ ਦੇਣਗੇ। ਮੈਨੂੰ ਲੱਗਦਾ ਕਿ ਸਰਕਾਰ ਨੂੰ ਲੱਗਦਾ ਕਿ ਸ਼ਾਇਦ ਅੰਦੋਲਨ ਲੰਬਾ ਖਿੱਚਾਂਗੇ, ਲੋਕ ਭੱਜ ਜਾਣਗੇ, ਪਰ ਸਰਕਾਰ ਇਹ ਭੁੱਲ ਰਹੀ ਹੈ ਕਿ ਅੰਨਦਾਤਾ ਅੱਗੇ ਵੀ ਠੰਡਾਂ 'ਚ ਰਾਤਾਂ ਕੱਟਦਾ, ਮੰਡੀਆਂ 'ਚ ਤੁਸੀਂ ਅੱਗੇ ਵੀ ਨੂੰ ਰੋਲਦੇ ਹੋ, ਇਹ ਤਿੱਖੜ ਦੁਪਹਿਰਿਆਂ ਦੇ ਵਿੱਚ ਵੀ ਫਸਲਾਂ ਪਾਲਦਾ। ਇਹ ਫਿਰ ਰੱਬ ਦਾ ਫਿਰ ਸ਼ੁਕਰ ਕਰ ਲੈਂਦਾ ਜਦੋਂ ਐਨ ਪੱਕੀ ਫਸਲ ਤੇ ਗੜੇ ਪੈ ਜਾਂਦੇ ਨੇ ਤੇ ਖੇਤ ਦੇ ਵਿੱਚੋਂ ਲੱਭਦਾ ਕੁਝ ਨਹੀਂ। ਅਗਲੇ ਸਾਲ ਦੀ ਅਗਲੀ ਫਸਲ ਫਿਰ ਬੀਜਣ ਵਾਸਤੇ ਉਸੇ ਤਰ੍ਹਾਂ ਖਿੜੇ ਮੱਥੇ ਖੇਤਾਂ ਦੇ ਵਿੱਚ ਤੁਰਿਆ ਹੁੰਦਾ ਹੈ। ਸੱਪਾਂ ਦੀਆਂ ਸਿਰੀਆਂ ਮਿੱਧਣੀਆਂ ਆਉਂਦੀਆਂ ਨੇ। ਜੇ ਹੁਣ ਕੜਾਕੇ ਦੀ ਸਰਦੀ ਝੱਲ ਲਈ ਹੈ, ਅੱਗੇ ਤਾਂ ਦਿਨ ਖੁੱਲ੍ਹੇ ਆਉਣੇ ਆ। ਮੈਨੂੰ ਲੱਗਦਾ ਸਰਕਾਰ ਹਾਲੇ ਵੀ ਨਾ ਹਨੇਰੇ 'ਚ ਤੁਰੀ ਫਿਰਦੀ ਹੈ। ਜੀ ਬਿਲਕੁਲ। ਤੇ ਅਸੀਂ ਲਗਾਤਾਰ ਗੱਲ ਕਰ ਰਹੇ ਸੀ ਕਿ 26 ਤਰੀਕ ਦਾ ਪ੍ਰੈਸ਼ਰ ਜਿਹੜਾ ਹੈ ਸਰਕਾਰ ਤੇ ਪਏਗਾ। ਦੇਖੋ ਅਸੀਂ ਉਹ ਲੋਕ ਆ ਜਿਹੜੇ ਕਿ ਅਸੀਂ ਆਪਣੇ ਲੋਕ ਗੀਤ ਜਿਹੜੇ ਆ ਨਾ, ਅਸੀਂ ਉਹਨਾਂ ਨੂੰ ਭੁੱਲਦੇ ਨਹੀਂ ਹੈਗੇ, ਅਸੀਂ ਆਪਣੇ ਵਿਰਸੇ ਨੂੰ ਭੁੱਲਦੇ ਨਹੀਂ ਹੈਗੇ। ਅਸੀਂ ਤਾਂ ਲੋਹੜੀ ਤੇ ਵੀ ਸਿੰਘੂ ਟਿੱਕਰੀਏ ਹੋਏ ਕਰਕੇ ਆਏ ਆ।
ਤੇ ਅਜਿਹੇ ਵਿੱਚ ਜਦੋਂ ਅਸੀਂ ਆਪ ਦੇ ਗੀਤ ਜਿਹੜੇ ਨੇ ਅਸੀਂ ਬਣਾ ਸਕਦੇ ਹਾਂ, ਅਸੀਂ ਆਪ ਦਾ ਰਾਹ ਜਿਹੜਾ ਹੈ ਉਹ ਬਣਾ ਸਕਦੇ ਹਾਂ, ਅਸੀਂ ਆਪ ਦੇ ਵੱਲੋਂ ਕੋਸ਼ਿਸ਼ ਇਹ ਕਰ ਸਕਦੇ ਹੈਗੇ ਆ ਕਿ ਅਸੀਂ ਬਾਕੀਆਂ ਵਾਸਤੇ ਜਿਹੜੀ ਲੀਡਰਸ਼ਿਪ ਨੇ ਸਾਨੂੰ ਜਗ੍ਹਾ ਦਿਖਾਈ ਹੈ ਅਸੀਂ ਉਸ ਤੇ ਤੁਰਦੇ ਰਹੀਏ ਸ਼ਾਂਤਮਈ ਤਰੀਕੇ ਦੇ ਨਾਲ, ਤੇ ਅਸੀਂ ਕੁਝ ਵੀ ਕਰ ਸਕਦੇ ਹੈਗੇ ਆ। ਪਰਸੋਂ ਰਾਜੇਵਾਲ ਸਾਹਿਬ ਨੇ ਜਿਹੜੀ ਸਟੇਜ ਤੋਂ ਸਪੀਚ ਦਿੱਤੀ ਖੁੱਲੀ ਚਿੱਠੀ ਤੋਂ ਬਾਅਦ, ਉਹ ਸਪੀਚ ਨੂੰ ਮੈਂ 3 ਵਾਰੀ ਸੁਣਿਆ ਤੇ ਮੈਨੂੰ ਲੱਗਦਾ ਹੈ ਕਿ ਹਰ ਇੱਕ ਪੱਤਰਕਾਰ ਨੂੰ ਉਹ ਸਪੀਚ ਜਿਹੜੀ ਹੈ 2 ਤੋਂ 3 ਵਾਰ ਤੇ ਸੁਣਨੀ ਹੀ ਚਾਹੀਦੀ ਹੈ। ਦੇਖੋ ਜਿੰਨਾ ਆਪਾਂ ਸੁਣਦੇ ਆ, ਜਿੰਨਾ ਆਪਾਂ ਪੜ੍ਹਦੇ ਆ, ਉਹਨਾਂ ਹੀ ਸਾਡੇ ਅੰਦਰ ਚੀਜ਼ਾਂ ਜਿਹੜੀਆਂ ਨੇ ਰਚ ਬਸ ਜਾਂਦੀਆਂ ਨੇ। ਇਹਨੇ ਕਰੀਅਰ ਦੇ ਵਿੱਚ 16-17 ਸਾਲ ਹੋ ਗਏ ਮੈਨੂੰ ਵੀ। ਮੈਂ ਜਿਵੇਂ ਰਾਜੇਵਾਲ ਸਾਹਿਬ ਬਾਰੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆਉਂਦੀਆਂ ਰਹੀਆਂ, ਬਹੁਤ ਸਾਰੀਆਂ ਖਬਰਾਂ ਤੇ ਕੰਮ ਕੀਤਾ, ਇੰਟਰਵਿਊਜ਼ ਵੀ ਕੀਤੇ, ਸਾਰਾ ਕੁਝ ਕੀਤਾ, ਚੰਗੀ ਮੰਦੀ ਹਰ ਗੱਲ ਰਹੀ ਉਸ ਦੇ ਵਿੱਚ। ਕੋਈ ਪਹਿਲੂ ਪਸੰਦ ਆਉਂਦਾ ਸੀ, ਕੋਈ ਨਹੀਂ ਸੀ ਆਉਂਦਾ, ਪਰ ਗੱਲ ਇੱਥੇ ਮੇਰੀ ਪਸੰਦ ਦੀ ਨਹੀਂ ਹੈਗੀ। ਗੱਲ ਹੈਗੀ ਆ ਕਿ ਉਹ ਵਿਕਾਸ ਵੱਲ ਨੂੰ ਜਾਂਦੇ ਨੇ ਜਾਂ ਫਿਰ ਨਹੀਂ ਜਾਂਦੇ। ਪਰ ਅੱਜ ਦੀ ਜਿਹੜੀ ਪਰਸੋਂ ਦੀ ਸਟੇਟਮੈਂਟ ਉਹਨਾਂ ਦੀ ਸੀਗੀ, ਉਹ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ, ਮੈਂ ਚਰਨਾਂ 'ਚ ਬੇਨਤੀ ਕਰਦਾ, ਇਹ ਜਿਹੜੇ ਤੁਸੀਂ ਕਹਿੰਦੇ ਹੋ ਕਿ ਇਹ ਕਹਿ ਰਹੇ ਨੇ ਕਿ ਮਾਓਵਾਦੀ ਆ, ਇਹ ਕਹਿ ਰਹੇ ਨੇ ਕਿ ਇਹਨੂੰ ਕਿਸੇ ਹੋਰ ਲਹਿਰ ਨਾਲ ਜੋੜ ਕੇ ਦੇਖ ਲੈਂਦੇ ਨੇ, ਕਹਿੰਦੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਅਜਿਹੀਆਂ ਅਫਵਾਹਾਂ ਤੋਂ ਬਚੋ। ਤੁਹਾਡੇ ਕਰਕੇ ਹੀ ਅੰਦੋਲਨ ਹੈ, ਤੁਹਾਡੇ ਨਾਲ ਹੀ ਇਹ ਅੰਦੋਲਨ ਹੈਗਾ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਉਹਨਾਂ ਨੇ ਸਾਫ਼-ਸਾਫ਼ ਇਹ ਕਿਹਾ ਕਿ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਜੇ ਇੱਥੇ ਆਏ ਹੈਗੇ ਹੋ, ਉਸ ਤੋਂ ਬਾਅਦ ਤੁਹਾਨੂੰ ਕਿਸੇ ਹੋਰ ਲਹਿਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਸਾਨੂੰ ਦੁਨੀਆ ਦੀ ਕੋਈ ਤਾਕਤ ਅੱਜ ਦੀ ਤਰੀਕ ਦੇ ਵਿੱਚ ਹਰਾਏਗੀ ਨਹੀਂ, ਪਰ ਇੱਥੇ ਜਿੱਥੇ ਵੰਡੀ ਪੈ ਗਈ ਨਾ, ਜਿੱਥੇ ਅਸੀਂ ਆਪਣੇ ਆਪ ਤੋਂ ਜੁਦਾ ਹੋ ਗਏ, ਇਹ ਗੱਲ ਸਾਨੂੰ ਹਰਾ ਜਾਏਗੀ। ਇੱਥੇ ਅਸੀਂ ਕਦੀ ਵੀ ਜਿੱਤ ਨਹੀਂ ਸਕਦੇ ਹੈਗੇ। ਹਵਾਲਾ ਸੀਗਾ 26 ਤਰੀਕ ਦਾ, ਕਿ 26 ਤਰੀਕ ਨੂੰ ਕਹਿੰਦੇ ਦੱਸੋ ਹਾਂ ਜਿਹੜਾ ਕਿਹੜੀ ਸੰਸਦ ਘੇਰਨ ਜਾਣਾ ਤੁਸੀਂ, ਕਿੰਨੇ ਕਿਹਾ ਤੁਹਾਨੂੰ ਕਿ ਤੁਸੀਂ ਲਾਲ ਕਿਲੇ ਤੇ ਝੰਡਾ ਫਹਿਰਾਉਣਾ ਹੈਗਾ? ਕਹਿੰਦੇ ਗੱਲਾਂ ਆਈਆਂ ਕਿੱਥੋਂ? ਕਹਿੰਦੇ ਮੈਂ ਤੁਹਾਨੂੰ ਨਹੀਂ ਕਹੀਆਂ, ਕਿਸੇ ਕਿਸਾਨ ਲੀਡਰ ਨੇ ਤੁਹਾਨੂੰ ਨਹੀਂ ਕਹੀਆਂ, ਇੱਥੇ ਆਪਸ 'ਚ ਕੋਈ ਗੱਪਾਂ ਮਾਰੀਆਂ ਹੈਗੀਆਂ ਜਾਂ ਕੋਈ ਹੋਰ ਬਾਹਰੋਂ ਲੋਕ ਆਏ ਹੈਗੇ ਆ। ਉਹਨਾਂ ਨੇ ਇੱਕ ਗੱਲ ਕਹੀ ਜਿਹੜੀ ਮੇਰੇ ਦਿਮਾਗ 'ਚ ਕੌਂਦੀ ਹੈ, ਰਾਤੀ ਵੀ ਮੈਨੂੰ ਲੱਗਦਾ ਹੈ ਕਿ ਮੇਰੇ ਦਿਮਾਗ 'ਚ ਨਾ ਐਕੋ ਕਰਕੇ ਚੱਲਦੀ ਹੈ, ਇਸ ਅੰਦੋਲਨ 'ਚ ਸਭ ਅੱਛਾ ਨਹੀਂ ਹੈ। ਉਹਨਾਂ ਨੇ ਕਿਹਾ ਇਸ ਅੰਦੋਲਨ 'ਚ ਸਭ ਅੱਛਾ ਨਹੀਂ ਹੈ। ਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਨਾ, ਤੇ ਧੁੱਕ ਜਿਹੜੀ ਆ ਨਾ, ਉਹ ਬਹੁਤ ਜ਼ਿਆਦਾ ਵੱਧ ਗਈ ਕਿ ਉਹ ਏਦਾਂ ਕਿਉਂ ਕਹਿ ਰਹੇ ਨੇ। ਇਹ ਮਹਾਸੰਘਰਸ਼ ਜਿਹੜਾ ਹੈ ਇਹ ਕਿਤੇ ਕਿਸੇ ਗਲਤ ਰਾਹ ਵੱਲ ਤਾਂ ਨਹੀਂ ਜਾ ਸਕਦਾ। ਉਹ ਕਹਿੰਦੇ ਕਦੀ ਵੀ ਗਲਤ ਰਾਹ ਤੇ ਨਹੀਂ ਜਾ ਸਕਦਾ, ਪਰ ਸਾਨੂੰ ਖੁਦ ਤੋਂ ਸਿੱਖਣ ਦੀ ਲੋੜ ਆ, ਸਾਨੂੰ ਖੁਦ ਤੇ ਨਿਯੰਤਰਣ ਰੱਖਣ ਦੀ ਲੋੜ ਆ। ਸ਼ਾਂਤੀ ਸਾਡੀ ਜਿੱਤ ਹੈਗੀ ਆ, ਕਿਉਂਕਿ ਜਦੋਂ ਇੰਨੀ ਵਾਰੀ ਮੀਟਿੰਗ ਹੁੰਦੀ ਆ ਨਾ, ਤੇ ਬਾਹਰ ਖੜੇ ਜਿਹੜੇ ਇਹ ਲੋਕ ਹੁੰਦੇ ਨੇ, ਟੀਵੀ ਦੇਖ ਰਹੇ ਹੁੰਦੇ ਨੇ, ਉਹ ਗਾਲਾਂ ਕੱਢ ਕੇ ਕਹਿੰਦੇ ਆ ਇਹਨਾਂ ਨੇ ਕੁਝ ਨਹੀਂ ਕਰਨਾ। ਮੈਂ ਗਾਲ ਕੱਢ ਕੇ ਨਹੀਂ ਦੱਸ ਸਕਦੀ, ਪਰ ਉਹਨਾਂ ਦਾ ਲਹਿਜ਼ਾ ਇਸ ਤਰ੍ਹਾਂ ਦਾ ਹੁੰਦਾ, ਇਹਨਾਂ ਨੇ ਕੀ ਕਰਨਾ ਹੈਗਾ, ਇਸ ਵਾਰ ਵੀ ਕੁਝ ਨਹੀਂ ਹੋਣਾ ਹੈਗਾ। ਇਹ ਦੰਦਾਂ ਥੱਲੇ ਜੀਭ ਧਰ ਕੇ ਜਾਂਦੇ ਹੈਗੇ ਆ। ਇੱਕ ਵੀਡੀਓ ਵਾਇਰਲ ਹੋਈ ਸੀ ਰਾਜੇਵਾਲ ਸਾਹਿਬ ਦੀ, ਜਿੱਥੇ ਕਿ ਉਹ ਆਪਣੀ ਗੱਲ ਰੱਖ ਰਹੇ ਸੀ ਕੇਂਦਰ ਸਰਕਾਰ ਸਾਹਮਣੇ, ਤੇ ਬੜੀ ਚੰਗੀ ਤਰ੍ਹਾਂ ਆਪਣਾ ਦ੍ਰਿੜ ਹੋ ਕੇ ਗੱਲ ਰੱਖ ਰਹੇ ਸੀ। ਦ੍ਰਿੜ ਹੋਣਾ ਤੇ ਅਸ਼ਾਂਤ ਹੋਣਾ, ਇਹਨਾਂ ਦੋ ਚੀਜ਼ਾਂ 'ਚ ਬਹੁਤ ਜ਼ਿਆਦਾ ਫਰਕ ਹੈਗਾ। ਇੱਕ ਲਹਿਜ਼ਾ, ਤੁਸੀਂ ਹੁਣੇ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਕਹਿ ਰਹੇ ਸੀ, ਤੁਸੀਂ ਗੱਲ ਕਰ ਰਹੇ ਸੀ ਕਿ ਸਾਡੇ ਕੋਲੀਗ ਦੇ ਨਾਲ, ਤੁਸੀਂ ਕਿਹਾ ਵੀ ਮੈਂ ਗੱਲ ਹੀ ਏਦਾਂ ਕਰਦਾ, ਮੈਂ ਗੁੱਸਾ ਨਹੀਂ ਕਰ ਰਿਹਾ। ਉਹ ਫਿਰ ਹੁੰਦੀ ਆ ਵੀ ਜੱਟਾਂ 'ਚ ਏਦਾਂ ਹੀ ਹੁੰਦੀ ਆ ਵੀ ਆਪਾਂ ਗੱਲ ਹੀ ਏਦਾਂ ਕਰਦੇ ਹੈਗੇ ਆ। ਪਰ ਗੱਲ ਇਹ ਹੈਗੀ ਆ ਕਿ ਅਸੀਂ ਅਸ਼ਾਂਤੀ ਨੂੰ ਕਿਸੇ ਵੀ ਤਰੀਕੇ ਨਾਲ ਅਸੈਪਟ ਨਹੀਂ ਕਰ ਰਹੇ, ਤੇ ਇਹ ਚੀਜ਼ ਜਿਹੜੀ ਹੈ ਬਾਰ-ਬਾਰ ਦੁਹਰਾਈ ਜਾਂਦੀ ਹੈ। ਸ਼ੁਕਰ ਕਰੋ ਬੈਨੀਪਾਲ ਸਾਹਿਬ ਕਿ ਵੀ ਹੈਵ IT ਸੈੱਲ, we have a platform ਜਿੱਥੇ ਆਪਾਂ ਪ੍ਰੈਸ ਕਾਨਫਰੰਸਿਸ ਕਰਦੇ ਆ। ਸ਼ੁਕਰ ਕਰੋ ਕਿ ਸਾਡਾ ਸੋਸ਼ਲ ਮੀਡੀਆ ਸੀ ਕਿਸਾਨ ਏਕਤਾ ਮੋਰਚਾ ਤੋਂ ਪੇਜ ਬਣਾਇਆ ਹੈਗਾ। ਸ਼ੁਕਰ ਕਰੋ ਕਿ ਸਾਡੇ ਕੋਲ ਅਜਿਹੇ ਪਲੇਟਫਾਰਮ ਹੈਗੇ ਨੇ ਜਿਹੜੇ ਕੁਝ ਲੋਕ ਜਿਹੜੇ ਨੇ IT ਸੈੱਲ ਤੇ ਬੜਾ ਵਧੀਆ ਪਰਫਾਰਮ ਕਰ ਰਹੇ ਨੇ। ਜੇ ਇਹ ਸਭ ਚੀਜ਼ਾਂ ਨਾ ਹੁੰਦੀਆਂ, ਅਸੀਂ ਤਾਂ ਪੱਕੇ ਹੀ ਅੱਤਵਾਦੀ ਹੋ ਗਏ ਸੀ। ਪੁਨੀਤ ਜੀ, ਇਹਦੇ ਨਾਲ ਇੱਕ ਮੈਂ ਹੋਰ ਪਹਿਲੂ ਜੋੜਨਾ ਚਾਹੁੰਦਾ। ਕਈ ਵਾਰੀ ਤਾਂ ਅਸੀਂ ਫੈਕਟ ਚੈੱਕ ਹੀ ਨਹੀਂ ਕਰਦੇ। ਬੀਤੇ 2-3 ਦਿਨਾਂ ਤੋਂ ਕੁਝ ਇੱਕ ਮੀਡੀਆ, ਸਾਰਾ ਨਹੀਂ, ਕੁਝ ਇੱਕ ਮੀਡੀਆ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਰਿਹਾ ਕਿ ਆਹ ਦੇਖੋ ਜੀ, ਇੱਥੇ ਤਾਂ ਖਾਲਿਸਤਾਨ ਦੇ ਨਾਅਰੇ ਲੱਗ ਰਹੇ ਨੇ। ਘੱਟੋ ਘੱਟ ਗੂਗਲ ਕਰਕੇ ਦੇਖ ਲਿਆ ਕਰੋ, ਉਹਦੇ ਪਿੱਛੇ ਦਾ ਦ੍ਰਿਸ਼ ਦੇਖ ਲਿਆ ਕਰੋ। ਉਹ ਅਮਰੀਕਾ ਦੀ ਇੱਕ ਪੁਰਾਣੀ, ਲਗਭਗ 2 ਵਰ੍ਹੇ ਪੁਰਾਣੀ ਉਹ ਵੀਡੀਓ ਹੈ। ਪਤਾ ਨਹੀਂ ਵੀ ਕਿੱਥੋਂ ਲੱਭ ਲਿਆਉਂਦੇ ਨੇ, ਪਤਾ ਨਹੀਂ ਕਿਹੜੇ ਤਰੀਕੇ ਨਾਲ ਕਿਉਂ ਵਾਇਰਲ ਕਰਦੇ। ਤੇ ਦੂਸਰੀ ਗੱਲ, ਮੰਨ ਲੈਂਦੇ ਹਾਂ ਕਿ ਖਾਲਿਸਤਾਨ ਚੰਗਾ ਨਹੀਂ ਲੱਗਦਾ, ਹੋ ਸਕਦਾ ਹੈ ਆਪਣੀ ਵੀ ਉਹਦੇ ਨਾਲ ਇੱਕ ਮਤ ਇੱਕ ਸੁਰਤਾ ਨਾ ਹੋਵੇ, ਪਰ ਪੰਜਾਬ ਦੇ ਵਿੱਚ ਹੀ ਰਹਿੰਦੇ ਆ ਸਿਮਰਨਜੀਤ ਸਿੰਘ ਮਾਨ। ਹਰ ਵਾਰ ਲੋਕ ਸਭਾ ਚੋਣ ਵੀ ਲੜਦੇ ਆ ਸਿਮਰਨਜੀਤ ਸਿੰਘ ਮਾਨ। ਭਾਰਤ ਦੇ ਇਲੈਕਸ਼ਨ ਕਮਿਸ਼ਨ ਦੇ ਅੰਡਰ ਉਹਨਾਂ ਦੀ ਪਾਰਟੀ ਰਜਿਸਟਰਡ ਵੀ ਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਉਹ ਸ਼ਰੇਆਮ ਖਾਲਿਸਤਾਨ ਦੀ ਵਕਾਲਤ ਕਰਦੇ ਆ। ਹਰ ਵਰੇ ਜਦੋਂ ਵੀ ਕੋਈ ਚੋਣ ਆਉਂਦੀ ਹੈ, ਉਹਨਾਂ ਦੀ ਪਾਰਟੀ ਚੋਣਾਂ ਦੇ ਮੈਦਾਨ ਵਿੱਚ ਵੀ ਨਿੱਤਰਦੀ ਹੈ।
ਇੱਥੋਂ ਤੱਕ ਕਿ ਭਾਰਤੀ ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ ਸ਼ਾਂਤਮਈ ਤਰੀਕੇ ਨਾਲ ਮੰਗ ਕੀਤੀ ਜਾ ਸਕਦੀ ਹੈ, ਉਹਦੇ ਹੱਕ 'ਚ ਨਾਅਰੇਬਾਜ਼ੀ ਕੀਤੀ ਜਾ ਸਕਦੀ ਹੈ। ਜਦੋਂ ਭਾਰਤ ਦੀ ਸਿਖਰਲੀ ਅਦਾਲਤ ਇਹ ਗੱਲ ਕਹਿੰਦੀ ਹੋਵੇ, ਜਿਹੜੇ ਸੰਵਿਧਾਨ ਦੇ ਅਧੀਨ ਇੱਕ ਵਿਅਕਤੀ ਆਪਣੀ ਪਾਰਟੀ ਨੂੰ ਰਜਿਸਟਰਡ ਕਰ ਸਕਦਾ ਤੇ ਚੋਣ ਲੜ ਸਕਦਾ ਹੈ, ਤੇ ਫਿਰ ਉਹ ਗੈਰ ਕਾਨੂੰਨੀ ਕਿਵੇਂ ਹੋਇਆ? ਮੈਨੂੰ ਲੱਗਦਾ ਕਿ ਇਸ ਸੰਘਰਸ਼ ਨੂੰ ਸਾਬੋਤਾਜ ਕਰਨ ਦੇ ਵਾਸਤੇ ਅੱਜ ਤੱਕ ਇਹਨਾਂ ਦੀ ਇਸ ਤਰ੍ਹਾਂ ਦੀ ਆਪ ਹੁਦਰੀ ਚੱਲੀ ਕੋਈ ਨਹੀਂ। ਪਰ ਤੁਸੀਂ 26 ਜਨਵਰੀ ਦੀ ਗੱਲ ਕੀਤੀ ਹੈ, ਤੁਸੀਂ ਦੇਖੋ ਕਿ 26 ਜਨਵਰੀ ਦੇ ਲਈ ਰਾਜੇਵਾਲ ਸਾਹਿਬ ਨੇ ਵੀ ਇੱਕ ਖੁੱਲੀ ਚਿੱਠੀ ਲਿਖੀ ਹੈ, ਉਹਨਾਂ ਨੇ ਸਪੀਚ ਵੀ ਕੀਤੀ ਹੈ। ਤੇ ਮੈਂ ਇੱਕ ਕਮੈਂਟ ਪੜ੍ਹ ਰਿਹਾ ਸੀ, ਕਹਿੰਦੇ ਕਿ ਕਮੇਟੀ ਕੋਲੋਂ ਕਿਸਾਨ ਤਾਂ ਭੱਜ ਰਹੇ ਨੇ, ਇਹਨਾਂ ਕੋਲੋਂ ਡਿਬੇਟ ਨਹੀਂ ਹੋਣੀ। ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਰਾਜੇਵਾਲ ਸਾਹਿਬ ਹੋਰਾਂ ਨੇ ਇੱਕ ਪੁਰਾਣੀ ਇੰਟਰਵਿਊ ਕੀਤੀ ਸੀ, ਉਹ ਕਹਿੰਦੇ ਇਸੇ ਤਰ੍ਹਾਂ ਕਾਰਪੋਰੇਟ ਸੱਦੇ ਹੋਏ ਸੀ ਤੇ ਖੇਤੀ ਮੰਤਰਾਲਾ ਬੈਠਾ ਸੀ, ਅਸੀਂ 2-3 ਕਿਸਾਨ ਆਗੂ ਸੀ, ਉੱਠ ਕੇ ਮੈਂ ਕੁੰਡੀ ਲਾ ਦਿੱਤੀ ਸੀ ਵੀ ਸਾਡੀ ਗੱਲ ਸੁਣਿਓ, ਉਹ ਸਪੀਚਲੈਸ ਕਰ ਦਿੱਤੇ ਸਨ। ਤੇ ਆ ਹੁਣ ਵੀ ਜਦੋਂ ਇਹ ਜਾਂਦੇ ਆ ਨਾ ਕਿਸਾਨ ਆਗੂ, ਨਰਿੰਦਰ ਸਿੰਘ ਤੋਮਰ ਹੋਰਾਂ ਕੋਲ ਜਵਾਬ ਨਹੀਂ ਹੁੰਦਾ। ਤੇ ਜੇਕਰ ਕਿਸਾਨ ਆਗੂ ਕਮੇਟੀ ਤੋਂ ਭੱਜਣ ਵਾਲੇ ਹੁੰਦੇ ਜਾਂ ਕਿਸਾਨ ਆਗੂ ਕੋਲ ਤਰਕ ਜਾਂ ਦਲੀਲ ਨਾ ਹੁੰਦੀ, ਤਾਂ ਇਹ ਬੁੱਧੀਜੀਵੀ ਹੋਣਗੇ ਨਾ ਜਿਨ੍ਹਾਂ ਨੇ ਕਾਨੂੰਨ ਘੜੇ ਨੇ, ਜਿਨ੍ਹਾਂ ਨੇ ਆਰਡੀਨੈਂਸ ਬਣਾਇਆ ਤੇ ਬਿੱਲ ਡਰਾਫਟ ਕੀਤਾ ਸੀ। 15 ਦੇ ਵਿੱਚੋਂ 13 ਗਲਤੀਆਂ ਖੁਦ ਮੰਨ ਰਹੇ ਨੇ। ਇਹਦਾ ਮਤਲਬ ਚੰਗਾ ਪੜ੍ਹਿਆ ਲਿਖਿਆ ਕੌਣ ਹੋਇਆ ਬਈ? ਤਰਕ ਕਿਹਦੇ ਕੋਲ ਹੋਇਆ ਬਈ? ਦਲੀਲ ਕਿਹਦੇ ਕੋਲ ਹੋਈ ਬਈ? ਘੱਟੋ ਘੱਟ ਆਪਣੀ ਅਕਲ ਨੂੰ ਹੱਥ ਮਾਰੋ। ਮੈਨੂੰ ਪਤਾ ਕਈਆਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਨੇ, ਪੇਡ ਬੰਦੇ ਹੁੰਦੇ ਆ, ਉਹਨਾਂ ਦਾ ਕੰਮ ਹੈ, ਠੀਕ ਹੈ, ਤੁਸੀਂ ਆਪਣੀ ਕੰਮ 'ਚ ਕੋਤਾਹੀ ਨਾ ਕਰਿਓ। ਇਸੇ ਤਰ੍ਹਾਂ ਕੁਝ ਚੈਨਲ ਨੇ, ਅੱਜ ਇੱਕ ਚੈਨਲ ਵਾਲਿਆਂ ਨੇ ਖਬਰ ਲਾਈ ਕਿ 26 ਜਨਵਰੀ ਦਾ ਜਿਹੜਾ ਟਰੈਕਟਰ ਰੈਲੀ ਸੀ ਹੋਣੀ ਨਹੀਂ। ਦੂਸਰੇ ਪਾਸੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਪੁੱਛਿਆ ਕਿ ਸੱਚਮੁੱਚ ਨਹੀਂ ਹੋਣੀ? ਉਹ ਕਹਿੰਦੇ ਸਾਨੂੰ ਤਾਂ ਤੁਹਾਡੇ ਕੋਲੋਂ ਪਤਾ ਲੱਗ ਲਿਆ ਵੀ ਰੱਦ ਵੀ ਹੋ ਗਈ। ਉਹ ਕਹਿੰਦੇ 17 ਜਨਵਰੀ ਨੂੰ ਬਕਾਇਦਾ ਤੌਰ ਤੇ ਕਿਹੜੇ ਰੂਟ ਤੇ ਟਰੈਕਟਰ ਜਾਣਗੇ, ਕਿਹੜੇ ਸਮੇਂ ਰਵਾਨਗੀ ਹੋਏਗੀ ਤੇ ਕਿਹੜੇ ਸਮੇਂ ਵਾਪਸੀ ਹੋਏਗੀ। ਟਰੈਕਟਰ ਰੈਲੀ 26 ਨੂੰ ਹੋਣੀ ਹੈ, ਪਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ, ਕੋਈ ਸੰਸਦ ਨਹੀਂ ਘੇਰਨਾ, ਕੋਈ ਲਾਲ ਕਿਲੇ ਤੇ ਜਾ ਕੇ ਝੰਡਾ ਨਹੀਂ ਲਹਿਰਾਉਣਾ, ਅਸੀਂ ਆਪਣਾ ਰੋਸ ਮਾਰਚ ਕਰਨਾ ਹੈ। ਪਰ ਦੂਸਰੇ ਪਾਸੇ ਜਿਹੜਾ ਅੱਜ ਦਾ ਆਪਣਾ ਸਿਰਲੇਖ ਹੈ ਨਾ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਤਾਂ ਅਸੀਂ ਲਾਉਂਦੇ ਰਹੇ ਹਾਂ। ਮੈਂ ਬੀਤੇ ਦਿਨਾਂ 'ਚ ਇੱਕ ਗੀਤ ਵੀ ਲਿਖਿਆ ਸੀ ਕਿ ਪੁੱਤ ਲੜਦਾ ਦਿੱਲੀ ਲਈ ਤੇ ਬਾਪੂ ਨਾਲ ਦਿੱਲੀ ਦੇ ਲੜਦਾ, ਕਿਉਂਕਿ ਅਸੀਂ ਸਰਹੱਦਾਂ ਦੀ ਰਾਖੀ ਵੀ ਆਪ ਕਰਦੇ ਹਾਂ। ਤੇ ਅੱਜ ਉਹਨਾਂ ਤੋਂ ਜਿਨ੍ਹਾਂ ਸਰਕਾਰ ਦੇ ਨੀਤੀ ਘਾੜਿਆਂ ਨੇ ਕਾਨੂੰਨ ਬਣਾਇਆ ਹੈ, ਉਹਨਾਂ ਤੋਂ ਕੋਈ ਭੀਖ ਨਹੀਂ ਮੰਗਣ ਗਏ, ਹੱਕ ਮੰਗਣ ਵਾਸਤੇ ਗਏ ਹੋਏ ਨੇ। ਹੱਕੀ ਮੰਗਾਂ ਨੇ ਉਹਨਾਂ ਦੀਆਂ ਭਵਿੱਖ ਤੇ ਹੋਣ ਦੀ ਲੜਾਈ ਹੈ। ਤੇ ਹੁਣ ਉਹਨਾਂ ਨੇ ਸਾਬਕਾ ਫੌਜੀਆਂ ਨੇ ਖੁੱਲ੍ਹੇਆਮ ਸਮਰਥਨ ਕਰ ਦਿੱਤਾ। ਉਹ ਕਹਿੰਦੇ ਸਾਨੂੰ ਪਤਾ ਹੈ ਕਿ ਸਰਹੱਦਾਂ ਤੇ ਅਸੀਂ ਇਸ ਭਾਰਤ ਮਾਤਾ ਵਾਸਤੇ ਕਿਵੇਂ ਲੜਦੇ ਰਹੇ, ਅਸੀਂ ਉੱਚੀਆਂ ਉੱਚੀਆਂ ਬਰਫੀਲੀਆਂ ਚੋਟੀਆਂ ਤੇ ਕਿਵੇਂ ਜਾ ਕੇ ਤਿਰੰਗਾ ਗੱਡਦੇ ਰਹੇ, ਅਸੀਂ ਕਿਵੇਂ 26 ਜਨਵਰੀ ਦੀ ਪਰੇਡ ਦੇ ਵਿੱਚ ਸ਼ਾਮਲ ਹੁੰਦੇ ਰਹੇ ਹਾਂ। ਹੁਣ ਕਹਿੰਦੇ ਜਾਵਾਂਗੇ 26 ਜਨਵਰੀ ਦੀ ਪਰੇਡ ਦੇ ਵਿੱਚ ਤੇ ਇੱਕ ਪਾਸੇ ਮੋਢਾ ਕਿਸਾਨਾਂ ਦਾ ਹੋਊ ਤੇ ਦੂਸਰੇ ਪਾਸੇ ਮੋਢਾ ਜਵਾਨਾਂ ਦਾ ਹੋਊ। ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਕਿ ਭਾਰਤ ਦੇ ਸਾਬਕਾ ਫੌਜੀਆਂ ਦੀ ਗਿਣਤੀ ਲੱਖਾਂ ਵਿੱਚ ਹੈ। ਕਈ ਲੱਖ ਇਕੱਲੇ ਪੰਜਾਬ ਵਿੱਚ ਨੇ ਤੇ ਕਈ ਲੱਖ ਇਕੱਲੇ ਹਰਿਆਣੇ ਵਿੱਚ ਵੀ ਨੇ। ਘੱਟੋ ਘੱਟ 25-27 ਲੱਖ ਬਣਦਾ ਹੈ ਪੂਰੇ ਸਮੁੱਚੇ ਭਾਰਤ ਦੇ ਵਿੱਚ ਸਾਬਕਾ ਫੌਜੀ। ਉਹਨਾਂ ਵਿੱਚੋਂ ਵੱਡੀ ਪੱਧਰ ਤੇ ਐਲਾਨ ਕਰ ਰਹੇ ਨੇ ਕਿ ਦਿੱਲੀ ਦੇ ਵਿੱਚ ਅਸੀਂ ਇਸ 26 ਜਨਵਰੀ ਦੀ ਪਰੇਡ ਦੇ ਵਿੱਚ ਜਿਹੜੀ ਟਰੈਕਟਰ ਰੈਲੀ ਦੇ ਰੂਪ ਵਿੱਚ ਕੱਢੀ ਜਾਣੀ ਹੈ, ਅਸੀਂ ਉਸ ਦਾ ਹਿੱਸਾ ਹੋਵਾਂਗੇ। ਸਾਬਕਾ ਫੌਜੀਆਂ ਨੇ ਇਹ ਵੀ ਕਿਹਾ ਕਿ ਜੇ ਕੋਈ ਇਹ ਮਹਿਸੂਸ ਕਰਦਾ ਹੋਵੇ ਨਾ, ਭਗਵੇਂ ਵਾਲੇ ਮਹਿਸੂਸ ਕਰਦੇ ਹੋਣ, ਭਾਜਪਾ ਵਾਲੇ ਮਹਿਸੂਸ ਕਰਦੇ ਹੋਣ ਕਿ ਦਿੱਲੀ ਰਾਜਧਾਨੀ ਉਹਨਾਂ ਦੀ ਹੈ, ਉਹ ਕਹਿੰਦੇ ਭੁੱਲ ਜਾਣ। ਕੋਈ ਵੀ ਸਰਕਾਰ ਲੋਕਾਂ ਤੋਂ ਵੱਡੀ ਨਹੀਂ ਹੁੰਦੀ, ਕੋਈ ਸੰਵਿਧਾਨ ਲੋਕਾਂ ਤੋਂ ਵੱਡਾ ਨਹੀਂ ਹੁੰਦਾ। ਇਹ ਲੋਕਾਂ ਵਾਸਤੇ ਤੇ ਲੋਕਾਂ ਦੁਆਰਾ ਹੈ। ਸੋ ਜੇਕਰ ਹਾਲੇ ਵੀ ਇਹ ਮਹਿਸੂਸ ਕੀਤਾ ਜਾ ਰਿਹਾ ਨਾ ਕਿ ਸਰਕਾਰ ਸਾਡੀ ਬੜੀ ਪਾਵਰਫੁੱਲ ਹੈ, ਕੋਈ ਗੱਲ ਨਹੀਂ, 2024 ਦੇ ਵਿੱਚ ਵੀ ਤੁਹਾਨੂੰ ਪਾਵਰ ਦਿਖਾ ਦੇਣਗੇ। ਆ ਹਰਿਆਣੇ ਵਾਲਿਆਂ ਨੂੰ ਤਾਂ ਦਿਖਾ ਵੀ ਦਿੱਤੀ ਹੈ, ਝੰਡੇ ਨਹੀਂ ਚੜਾਉਣ ਦੇਣੇ। ਇਹਦੇ ਤੋਂ ਵੱਡੀ ਹੋਰ ਕੀ ਹੋ ਸਕਦਾ ਹੈ? ਲੁਕਦੇ ਫਿਰਦੇ ਆ, ਫਿਰ ਕਦੇ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਦੇ ਤੇ ਕਦੇ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਦੇ ਆ ਕਿ ਅਮਨ ਕਾਨੂੰਨ ਦੀ ਸਥਿਤੀ ਵਿਗੜ ਗਈ। ਉਹ ਹੇਮਾ ਮਾਲਿਨੀ ਵਰਗੀਆਂ ਆਖੀ ਜਾਂਦੀਆਂ ਨੇ ਕਿ ਜੇ ਟਾਵਰਾਂ ਦੀ ਭੰਨ ਤੋੜ ਕਰ ਦਿੱਤੀ ਮੈਨੂੰ ਬੜਾ ਦਰਦ ਹੋਇਆ। 80 ਤੋਂ ਉੱਪਰ ਕਿਸਾਨਾਂ ਦੀਆਂ ਜਾਨਾਂ ਕੁਰਬਾਨ ਹੋ ਗਈਆਂ, ਉੱਕਾ ਦਰਦ ਨਹੀਂ। ਕਹਿ ਕੇ ਪਿਛਲੀ 8 ਜਨਵਰੀ ਦੀ ਮੀਟਿੰਗ ਦੇ ਵਿੱਚ ਕਹਿ ਕੇ ਕਿਸਾਨ ਆਗੂਆਂ ਨੇ ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਨੂੰ ਕਿ ਭਾਈ ਸਾਡੇ 70 ਤੋਂ ਉੱਪਰ ਕਿਸਾਨ ਆਪਣੀ ਕੁਰਬਾਨੀ ਦੇ ਗਏ, 2 ਮਿੰਟ ਦਾ ਮੌਨ ਰੱਖ ਲਈਏ। ਤੁਸੀਂ ਦੇਖੋ ਕਿ ਸੁਹਿਰਦਤਾ ਕਿੰਨੀ ਕੁ ਹੈ। ਕੀ ਗੱਲ ਇਹ ਕਿਸਾਨਾਂ ਨੂੰ ਕਹਿਣੀ ਚਾਹੀਦੀ ਸੀ? ਹੋਣਾ ਤਾਂ ਇਹ ਚਾਹੀਦਾ ਕਿ ਹਰੇਕ ਮੀਟਿੰਗ ਦੀ ਸ਼ੁਰੂਆਤ ਇੱਥੋਂ ਹੋਵੇ ਕਿ ਭਾਈ ਪਿਛਲੀ ਮੀਟਿੰਗ ਤੋਂ ਬਾਅਦ ਜਿੰਨੇ ਹੋਰ ਕਿਸਾਨ ਜਾਨਾਂ ਕੁਰਬਾਨ ਕਰ ਗਏ, ਆਪਾਂ ਉਹਨਾਂ ਨੂੰ ਸਰਧਾ ਤੇ ਸਤਿਕਾਰ ਭੇਂਟ ਕਰ ਦਈਏ, ਸ਼ਰਧਾ ਦੇ ਫੁੱਲ ਭੇਂਟ ਕਰ ਦਈਏ। ਪਰ ਇਹ ਨਮੋਸ਼ੀ ਵਾਲੀ ਗੱਲ ਹੈ ਕਿ ਇੱਕ ਚੁਣੀ ਹੋਈ ਸਰਕਾਰ ਲੋਕਾਂ ਦੀਆਂ ਜਾਨਾਂ ਦੀ ਪਰਵਾਹ ਨਹੀਂ ਕਰ ਰਹੀ ਤੇ ਦੂਸਰੇ ਪਾਸੇ ਰਹਿੰਦੀ ਖੂੰਦੀ ਕਸਰ ਸੁਪਰੀਮ ਕੋਰਟ ਨੇ ਕੱਢੀ।
ਉਹ ਕਹਿੰਦੀ ਜਿਹੜੇ ਲੋਕ ਮਰ ਰਹੇ ਨੇ, ਉਹਨਾਂ ਨੇ ਮਰ ਰਹੇ ਕਿਹਾ, ਜਿਨ੍ਹਾਂ ਦੀਆਂ ਜਾਨਾਂ ਜਾ ਰਹੀਆਂ ਨੇ, ਉਹਦੇ ਵਾਸਤੇ ਕਿਸਾਨ ਵੀ, ਕਿਸਾਨ ਜਥੇਬੰਦੀਆਂ ਵੀ, ਸਰਕਾਰ ਵੀ ਜ਼ਿੰਮੇਵਾਰ ਹੋਣਗੀਆਂ ਤੇ ਜ਼ਿੰਮੇਵਾਰ ਅਦਾਲਤ ਵੀ ਹੋਏਗੀ, ਜਿਨੇ ਇਹ ਦੱਸਣਾ ਸੀ ਕਿ ਕਾਨੂੰਨ ਜਿਹੜਾ ਬਣਾਇਆ ਗਿਆ ਸੰਵਿਧਾਨਕ ਹੈ ਜਾਂ ਗੈਰ ਸੰਵਿਧਾਨਕ ਹੈ, ਜਿਹੜਾ ਨਾ ਪੋਚਾ ਤੇ ਕਲੰਕ ਉਹਨੇ ਖੱਟ ਲਿਆ। ਮੈਨੂੰ ਲੱਗਦਾ ਕਿ ਬਰਾਬਰ ਦੀ ਜ਼ਿੰਮੇਵਾਰੀ ਇਸ ਵਕਤ ਸੁਪਰੀਮ ਕੋਰਟ ਦੀ ਵੀ ਹੈ। ਜੀ ਜੀ, ਤੁਸੀਂ ਗੱਲ ਕਹੀ ਆ, ਜਿਹੜਾ ਮਤਲਬ ਇਸ ਸਾਰੀ ਗੱਲ ਦਾ ਜਿਹੜਾ ਇੱਕੋ ਸੋਲੂਸ਼ਨ ਨਿਕਲਦਾ ਹੈਗਾ, ਜੇ ਤੁਹਾਡੀ ਗੱਲ ਨੂੰ ਸੁਣ ਲਿਆ ਜਾਏ ਤੇ ਮੰਨ ਲਿਆ ਜਾਏ, ਤੇ ਉਹ ਗੱਲ ਇਹੀ ਆ ਕਿ ਕੋਈ ਵੀ ਸਰਕਾਰ ਜਿਹੜੀ ਆ ਉਹ ਲੋਕਾਂ ਤੋਂ ਵੱਡੀ ਨਹੀਂ ਹੁੰਦੀ, ਕੋਈ ਵੀ ਸੰਵਿਧਾਨ ਜਿਹੜਾ ਹੈ ਉਹ ਲੋਕਾਂ ਤੋਂ ਵੱਡਾ ਨਹੀਂ ਹੁੰਦਾ। ਬਸ ਇੰਨੀ ਕੁ ਗੱਲ ਸਮਝ ਲਈ ਜਾਏ ਤੇ ਇਸ ਸਾਰੇ ਮਾਮਲੇ ਦਾ ਸੋਲੂਸ਼ਨ ਅੱਜੋ ਅੱਜ ਨਿਕਲ ਜਾਂਦਾ ਹੈਗਾ, ਕਿਉਂਕਿ ਕਨਸਟੀਟਿਊਸ਼ਨ ਇੰਨੀ ਵੱਡੀ ਡੈਮੋਕ੍ਰੇਸੀ, ਫਲੈਕਸੀਬਲ ਕਨਸਟੀਟਿਊਸ਼ਨ, ਮਤਲਬ ਹਰ ਇੱਕ ਚੀਜ਼ ਜਿਹੜੀ, ਜਿਵੇਂ ਸਰਕਾਰ ਬਾਰ-ਬਾਰ ਤਰਕ ਦਿੰਦੀ ਹੈ ਨਾ ਕਿ ਇਹ ਅਸੀਂ ਅੱਜ ਸੋਚ ਕੇ ਨਹੀਂ ਬਣਾਏ ਹੈਗੇ ਇਹ ਕਾਨੂੰਨ, ਇਸ ਤੇ ਬਹੁਤ ਹੀ ਗਹਿਨ ਡੀਪ ਰਿਸਰਚ ਹੋਈ ਆ, ਸਾਡੇ ਪੈਨਲ ਸਾਡੇ ਨਾਲ ਬੈਠੇ ਨੇ, ਫਿਰ ਉਸ ਤੋਂ ਬਾਅਦ ਵੀ ਬਹੁਤ ਚਰਚਾ ਦੇ ਬਾਅਦ ਇਹਨਾਂ ਨੂੰ ਅਸੀਂ ਅੱਗੇ ਲੈ ਕੇ ਆਏ ਹੈਗੇ ਆ। ਪਰ ਜਿਹੜੇ ਇੰਨੇ ਵੱਡੇ ਵੱਡੇ ਅਰਥ ਸ਼ਾਸਤਰੀ ਹੈਗੇ ਨੇ, ਐਗਰੀਕਲਚਰਿਸਟ ਹੈਗੇ ਨੇ, ਉਹਨਾਂ ਨੂੰ ਭੁੱਲ ਹੀ ਗਏ, ਜਿਨ੍ਹਾਂ ਨੂੰ ਮਤਲਬ ਜਿਵੇਂ ਹੁਣ ਅਸੀਂ ਨੋਬਲ ਪੀਸ ਦੀ ਗੱਲ ਕਰਦੇ ਹੈਗੇ ਆ, ਅਸੀਂ ਉਹਨਾਂ ਨੂੰ ਵੀ ਕਹਿ ਦਿੰਦੇ ਆ ਵੀ ਇਹ ਵੀ ਤੇ ਅੱਤਵਾਦੀ ਹੈਗੇ ਆ। ਤੇ ਮੈਨੂੰ ਲੱਗਦਾ ਕਿ ਫਿਰ ਨੋਬਲ ਪੀਸ ਦਾ ਜਿਹੜਾ, ਮੈਨੂੰ ਜੇ ਮੈਂ ਮੈਡਲ ਦੇਣਾ ਹੋਵੇ, ਜੇ ਮੇਰੇ ਹੱਥ 'ਚ ਹੋਵੇ ਨਾ, ਤੇ ਮੈਂ ਨੋਬਲ ਪੀਸ ਦਾ ਮੈਡਲ ਜਿਹੜਾ ਹੈ ਨਾ ਇਸ ਵਕਤ ਤੇ ਮੈਂ ਕਿਸਾਨਾਂ ਨੂੰ ਦੇਵਾਂ, ਕਿਉਂਕਿ ਮੇਰੇ ਅੰਦਰ, ਜੇ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਅੰਦਰ ਇੰਨੀ ਪੇਸ਼ੈਂਸ ਨਹੀਂ ਹੈਗੀ, ਮੇਰੇ ਅੰਦਰ ਇੰਨੀ ਪੇਸ਼ੈਂਸ ਨਹੀਂ ਹੈਗੀ ਕਿ ਜੇ ਮੇਰੇ ਨਾਲ ਨਿੱਜੀ ਜ਼ਿੰਦਗੀ 'ਚ ਕੁਝ ਅਜਿਹਾ ਹੁੰਦਾ ਹੋਵੇ ਕਿ ਮੈਂ ਹਰ ਵਾਰ ਜਾਵਾਂ ਤੇ ਹਰ ਵਾਰ ਮੈਨੂੰ ਇਦਾਂ ਪਰਤਣਾ ਪਵੇ, ਜੇ ਮੈਂ ਇੰਡੀਵਿਜੂਅਲੀ ਸੋਚਾਂ ਤੇ ਮੇਰੇ ਅੰਦਰ ਇੰਨੀ ਪੇਸ਼ੈਂਸ ਨਹੀਂ ਹੈਗੀ। ਪਰ ਇਹ ਜਿਹੜੀ ਪੇਸ਼ੈਂਸ ਦਿਖਾਈ ਜਾ ਰਹੀ ਹੈ ਨਾ, ਇਹ ਇਤਿਹਾਸ ਇੰਨਾ ਚਮਕਣ ਵਾਲਾ ਹੈਗਾ, ਇੰਨਾ ਚਮਕਣ ਵਾਲਾ ਹੈਗਾ, ਲਿਸ਼ਕੋਰਾ ਮਾਰੇਗਾ ਇਹ ਆਉਣ ਵਾਲੇ ਵਕਤ ਦੇ ਵਿੱਚ। ਅਸੀਂ ਸਾਰੇ ਚਾਹੁੰਦੇ ਆ ਕਿ ਜੋ ਕਿਸਾਨ ਕਹਿ ਰਹੇ ਨੇ, ਜੋ ਕਿਸਾਨ ਚਾਹ ਰਹੇ ਨੇ, ਉਹ ਮਤਲਬ ਬਰਕਤ ਨਾਲ ਘਰ ਜਾਣ, ਉਹ ਫਤਿਹ ਹੋ ਕੇ ਘਰ ਜਾਣ। ਅਸੀਂ ਇਹ ਬਾਰ-ਬਾਰ ਇਹ ਗੱਲ ਕਹਿੰਦੇ ਹੈਗੇ ਆ, ਪਰ ਮੈਨੂੰ ਫਿਰ ਕਦੀ-ਕਦੀ ਇਹ ਵੀ ਲੱਗਦਾ ਹੈ ਕਿ ਜੇ ਆਰਾਮ ਨਾਲ ਸਰਕਾਰ ਮੰਨ ਜਾਂਦੀ ਤਾਂ ਸਾਨੂੰ ਸਾਡਾ ਇਹ ਦ੍ਰਿੜ ਨਿਸ਼ਚਾ ਸਮਝ ਹੀ ਨਹੀਂ ਸੀ ਆਉਣਾ। ਮੈਂ ਇਹ ਨਹੀਂ ਕਹਿੰਦੀ ਕਿ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਜਾਰੀ ਰਹਿਣਾ ਚਾਹੀਦਾ ਹੈਗਾ, ਪਰ ਮੈਂ ਬਲਜਿੰਦਰ ਜੀ ਨਾਲ ਵੀ ਗੱਲ ਕਰ ਰਹੀ ਸੀ ਕਿ ਇਸ ਪੂਰੇ ਦੇ ਪੂਰੇ, ਹੁਣ ਆਪਾਂ ਫਿਲਾਸਫੀਕਲ ਗੱਲਾਂ ਵੱਲ ਤਾਂ ਕਰਕੇ ਆ ਗਏ ਆ ਕਿਉਂਕਿ ਇੱਥੇ ਇਹ ਵੀ ਬਣਦੀਆਂ ਹੈਗੀਆਂ, ਤੇ ਇਹ ਸੱਚ ਹੈਗਾ। ਫਿਲਾਸਫੀ ਸੱਚ ਦੇ ਨੇੜੇ ਹਮੇਸ਼ਾ ਨਹੀਂ ਹੁੰਦੀ, ਪਰ ਕਦੀ-ਕਦੀ ਹੁੰਦੀ ਹੈ ਤੇ ਬਹੁਤ ਸੋਹਣੀ ਤਰ੍ਹਾਂ ਹੁੰਦੀ ਹੈ। ਮੈਂ ਬਲਜਿੰਦਰ ਜੀ ਨਾਲ ਗੱਲ ਕਰ ਰਹੀ ਸੀ, ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਸਾਨੂੰ ਨਾ ਇਸ ਪੂਰੇ ਘੋਲ ਨੇ, ਇਸ ਮਹਾਸੰਘਰਸ਼ ਨੇ ਸਾਨੂੰ ਅਵੇਅਰ ਰਹਿਣਾ ਸਿਖਾ ਦਿੱਤਾ, ਸਾਨੂੰ ਜਾਗਰੂਕ ਰਹਿਣਾ ਸਿਖਾ ਦਿੱਤਾ, ਸਾਨੂੰ ਅਖਬਾਰਾਂ ਪੜ੍ਹਨੀਆਂ ਸਿਖਾ ਦਿੱਤੀਆਂ, ਸਾਨੂੰ ਆਪਣੇ ਲੀਡਰਾਂ ਨੂੰ ਸੁਣਨਾ ਸਿਖਾ ਦਿੱਤਾ। ਕੋਈ ਸੀਰੀਅਲ, ਕੋਈ ਫਿਲਮ ਲੱਗਦੀ ਹੁੰਦੀ ਹੈ ਤੇ ਆਪਾਂ ਤੇ ਉਹ ਦੇਖ ਲੈਂਦੇ ਆ ਵੀ ਅੱਜ ਕੱਲ੍ਹ ਸੀਰੀਜ਼ ਦਾ ਜ਼ਮਾਨਾ, ਮੈਨੂੰ ਆਪ ਬਹੁਤ ਪਸੰਦ ਹੈ ਟੀਵੀ ਦੇਖਣਾ। ਪਰ ਮੈਨੂੰ ਜੇ ਓਦਾਂ ਸੁਣਨੀ ਪੈ ਜਾਏ ਕਿ ਮੈਂ ਅੱਧੇ ਘੰਟੇ ਦੀ ਕਿਸੇ ਕਿਸਾਨ ਆਗੂ ਦੀ ਸਪੀਚ ਸੁਣਾ, 4-5 ਮਿੰਟ ਤਾਂ ਸੁਣੂੰਗੀ, ਉਸ ਤੋਂ ਬਾਅਦ ਮੈਂ ਬੰਦ ਕਰ ਦੂੰਗੀ। ਪਰ ਸਾਨੂੰ ਹੁਣ 40 ਮਿੰਟ ਦੀ ਵੀ ਹੋਵੇ ਤਾਂ ਵੀ ਪੂਰੀ ਸੁਣੀਦੀ ਹੈਗੀ ਆ। ਪੇਸ਼ੈਂਸ ਲਿਆ ਦਿੱਤੀ, ਅਨੁਸ਼ਾਸਨ ਲਿਆ ਦਿੱਤਾ, ਸ਼ਾਂਤ ਕਿੱਦਾਂ ਰਹਿਣਾ, ਸਬਰ ਕਿੱਦਾਂ ਰੱਖਣਾ, ਇਹ ਸਿਖਾ ਦਿੱਤਾ। ਭਾਈ ਕਨ੍ਹਈਆ ਜੀ ਦੇ ਫਲਸਫੇ ਤੇ ਚੱਲਦਿਆਂ ਹੋਇਆਂ ਸਾਨੂੰ ਮੀਰੀ ਪੀਰੀ ਦੀ ਦਾਤ ਹਾਸਲ ਹੈਗੀ ਆ। ਸਾਨੂੰ ਇੰਨਾ ਪਤਾ ਹੈਗਾ ਕਿ ਅਸੀਂ ਕਿੰਨੇ ਸਟਰੋਂਗ ਆ, ਸਾਨੂੰ ਸੈਲਫ ਡਿਫੈਂਸ ਦੀ ਦਾਤ ਦਸਮ ਪਿਤਾ ਨੇ ਪਹਿਲਾਂ ਹੀ ਦਿੱਤੀ ਹੋਈ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ, ਅਸੀਂ ਅੱਜ ਤੱਕ ਜਿਹਨੂੰ ਸਿਰਫ ਪੜ੍ਹਦੇ ਸੀ ਜਾਂ ਨਿਊਜ਼ ਬਣਾਉਂਦੇ ਸੀ, ਜਿਸ ਦਿਨ ਗੁਰਪੁਰਬ ਆ ਗਿਆ ਉਦੋਂ ਦਸਮ ਪਿਤਾ ਬਾਰੇ ਲਿਖ ਦਿੱਤੀਆਂ 4 ਲਾਈਨਾਂ ਤੇ ਸਾਡੀ ਜ਼ਿੰਮੇਵਾਰੀ ਪੂਰੀ ਹੋ ਗਈ। ਇਹ ਸਭ ਨੂੰ ਸਾਨੂੰ ਆਪਣੀ ਜ਼ਿੰਦਗੀ ਵਿੱਚ ਉਤਾਰਨ ਦਾ ਮੌਕਾ ਮਿਲਿਆ। ਸਰਕਾਰ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਇਹ ਅਸੀਂ ਅਕਸਰ ਦੇਖਦੇ ਆਏ ਹਾਂ, ਪਰ ਆਵਾਮ ਕਿਸ ਹੱਦ ਤੱਕ ਬਚਾ ਸਕਦੀ ਹੈ, ਇਸ ਕੋਲ ਨੇ ਸਾਨੂੰ। ਪੁਨੀਤ ਜੀ, ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਖਬਰ ਦੇ ਉੱਤੇ ਬਹੁਤ ਨਜ਼ਰ ਮਾਰਨੀ ਲਾਜ਼ਮੀ ਹੈ। ਬਹੁਤ ਸਾਰੇ ਇਸ ਵਕਤ ਲੀਡਰ ਨੇ ਆਪਣੇ ਘਰਾਂ ਤੋਂ ਨਹੀਂ ਨਿਕਲੇ, ਆਪੋ ਆਪਣੇ ਖੁੱਡਿਆਂ ਦੇ ਅੰਦਰ, ਘੁਰਨਿਆਂ ਦੇ ਅੰਦਰ ਬੜੇ ਬੈਠੇ ਆ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕਿਸੇ ਪੱਤਰਕਾਰ ਦੀ ਜਾਂ ਕਿਸੇ ਦੀ ਮੁੱਠੀ ਗਰਮ ਕੀਤੀ ਖਬਰ ਲਵਾ ਲਓ, ਹੈਡਲਾਈਨ ਬਣਾ ਲਓ ਕਿ ਫਲਾਣਾ ਬੰਦਾ ਤਾਂ ਵੀ ਦਿਲੋਂ ਦੁਖੀ ਹੈ। ਜਾਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਟਵੀਟ ਕਰ ਦੇਣਾ ਉੱਠ ਕੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅੱਜ ਇਹ ਟਵੀਟ ਕਰ ਦਿੱਤਾ ਤੇ ਇਹਦੇ ਤੋਂ ਵੱਡੀ ਮੱਲ ਕੋਈ ਨਹੀਂ। ਉਹ ਟਰੰਪ ਤੋਂ ਸਿੱਖ ਲਓ ਕੁਛ, ਟਰੰਪ ਵੀ ਟਵੀਟਾਂ ਵਾਲਾ ਹੀ ਹੁੰਦਾ ਸੀ। ਅੱਜ ਟਵੀਟ ਦੇ ਉੱਤੇ ਵੀ ਉਹ ਬੈਠਾ ਤਰਸਦਾ ਹੈ, ਇਕੱਲੇ ਟਵੀਟ ਤੋਂ ਨਹੀਂ। ਫੇਸਬੁੱਕ ਨੇ ਉਹਨੂੰ ਬਲੌਕ ਕਰ ਦਿੱਤਾ, ਇੰਸਟਾ ਨੇ ਉਹਨੂੰ ਬਲੌਕ ਕਰ ਦਿੱਤਾ, ਤਾਂ ਯੂਟਿਊਬ ਨੇ ਉਹਨੂੰ ਬਲੌਕ ਕਰ ਦਿੱਤਾ। ਰਹਿੰਦਾ ਖੁੰਦਾ ਸਨੈਪਚੈਟ ਰਹਿੰਦੀ ਸੀ, ਉਹਨਾਂ ਨੇ ਵੀ ਲਾਲ ਝੰਡੀ ਕਰ ਦਿੱਤੀ। ਤੇ ਜੇਕਰ ਤੁਹਾਡੇ ਨਾਲ ਵੀ ਇੰਜ ਹੋ ਗਿਆ ਤਾਂ ਆ ਲੋਕਾਂ ਨੇ ਤੁਹਾਨੂੰ ਪਹਿਲਾਂ ਹੀ ਦੁਰਕਾਰਿਆ ਹੋਇਆ, ਤੇ ਫਿਰ ਜਾ ਕੇ ਕਿੱਥੇ ਖੜੋਗੇ। ਸੋ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਕ ਟਵੀਟ ਕੀਤਾ। ਮੈਂ ਜ਼ਿਕਰ ਕਰ ਰਿਹਾ ਸੀ ਕਿ ਕਾਫੀ ਦਿਨਾਂ ਤੋਂ, ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ, ਕੁਝ ਪੰਜਾਬ ਦੇ ਸੰਸਦ ਮੈਂਬਰ ਜਿਹੜੇ ਕਾਂਗਰਸੀ ਤੇ ਵਿਧਾਇਕ ਦਿੱਲੀ ਬੈਠੇ ਸੀ, ਬੈਠੇ ਫੁੱਟਪਾਥ ਤੇ ਸੀ,
ਪਰ ਧਰਨਾ ਦੇ ਰਹੇ ਸੀ ਠੰਡਾਂ ਦੇ ਵਿੱਚ, ਕੜਾਕੇ ਦੀ ਦੇ ਵਿੱਚ, ਭਾਵੇਂ ਕੋਈ ਲੋਕ ਉਹਨਾਂ ਨੂੰ ਡਰਾਮਾ ਕਹੇ। ਮੈਂ ਬਾਕੀਆਂ ਨੂੰ ਵੀ ਬੇਨਤੀ ਕਰਨਾ ਕਿ ਆਓ ਤੁਸੀਂ ਵੀ ਡਰਾਮਾ ਕਰੋ, ਠੰਡਾਂ ਦੇ ਵਿੱਚ ਆ ਕੇ ਤੁਸੀਂ ਵੀ ਬੈਠੋ। ਪਰ ਅੱਜ ਉਹਨਾਂ ਨੂੰ ਚੁੱਕ ਲਿਆ ਗਿਆ, ਬੋਰੀ ਬਿਸਤਰਾ ਉਹਨਾਂ ਦਾ ਚੁੱਕ ਕੇ ਲੈ ਗਏ। ਪਰ ਉਹਦੇ ਤੋਂ ਪਹਿਲਾਂ ਉੱਥੇ ਰਾਹੁਲ ਗਾਂਧੀ ਪਹੁੰਚੇ। ਹੁਣ ਹਰਸਿਮਰਤ ਕੌਰ ਬਾਦਲ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਹਨੂੰ ਲੱਗਿਆ ਕਿ ਅੱਜ ਸਾਡੇ ਘਰਾਣੇ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ, ਸਾਰੇ ਅਖਬਾਰਾਂ ਦੀਆਂ ਸੁਰਖੀਆਂ ਕਾਂਗਰਸੀ ਬਣੇ ਬੈਠੇ ਆ, ਰਾਹੁਲ ਗਾਂਧੀ ਬਣਿਆ ਬੈਠਾ, ਤੇ ਅਸੀਂ ਕੀ ਕਰੀਏ। ਤੇ ਉਹਨੇ ਟਵੀਟ ਕਰ ਦਿੱਤਾ, ਦੇਖੋ ਤੁਸੀਂ ਤਾਰਾਂ ਜੋੜੀਏ, ਡਾਟ ਜੋੜੀਏ। ਉਹ ਕਹਿੰਦੀ ਮੈਂ ਰਾਹੁਲ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡੀ ਦਾਦੀ ਇੰਦਰਾ ਗਾਂਧੀ ਜਿਹੜੀ ਉਸ ਵਕਤ ਹੀ ਪ੍ਰਧਾਨ ਮੰਤਰੀ ਸੀ, ਉਹਨੂੰ ਵੀ ਪੰਜਾਬੀ ਖਾਲਿਸਤਾਨੀ ਲੱਗਦੇ ਹੁੰਦੇ ਸੀ। ਉਹ ਕਹਿੰਦੀ ਤੇਰੇ ਬਾਪ ਨੇ, ਰਾਜੀਵ ਗਾਂਧੀ ਨੇ, ਸਿੱਖਾਂ ਦਾ ਕਤਲੇਆਮ ਕਰਵਾਇਆ। ਤੂੰ ਕਹਿੰਦੀ ਜਦੋਂ ਪੰਜਾਬ ਆਇਆ ਸੀ ਤੂੰ ਆ ਕੇ ਕਿਹਾ ਸੀ ਕਿ ਪੰਜਾਬੀ ਨਸ਼ੇੜੀ ਨੇ, ਅੱਜ ਤੈਨੂੰ ਦਰਦ ਆ ਗਿਆ। ਕਹਿੰਦੀ ਜਿੱਦਣ ਅਕਾਲੀ ਪੰਜਾਬ ਦੇ ਵਿੱਚ ਰੈਲੀ ਕਰ ਰਹੇ ਸੀ ਉਦੋਂ ਤਾਂ ਤੂੰ ਕਿਤੇ ਨਜ਼ਰ ਨਹੀਂ ਆਇਆ। ਕੀ ਗੱਲ ਵੀ ਤੁਹਾਡਾ ਗਦੌੜਾ ਫੇਰਿਆ ਹੋਇਆ? ਕੀ ਤੁਹਾਡੀ ਰੈਲੀ ਦੇ ਵਿੱਚ ਕਾਂਗਰਸੀਆਂ ਦਾ ਆਉਣਾ ਲਾਜ਼ਮੀ ਹੈ? ਕਿ ਜੇਕਰ ਅੱਜ ਕੋਈ ਕਿਸਾਨਾਂ ਦਾ ਸਮਰਥਨ ਕਰ ਰਿਹਾ, ਪਹਿਲਾਂ ਤੁਹਾਨੂੰ ਜਾਂ ਤੁਹਾਡੇ ਸਹੁਰਾ ਸਾਹਿਬ ਪਤੀ ਨੂੰ, ਤੁਹਾਡੇ ਨੂੰ ਜਾਂ ਤੁਹਾਡੇ ਭਰਾ ਨੂੰ ਪੁੱਛ ਕੇ ਆਵੇ? ਕਿਉਂਕਿ ਮੈਂ ਤਾਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਅਕਾਲੀ ਆਗੂਆਂ ਨੇ ਕਿਹਾ ਸੀ ਕਿ ਕੋਈ ਵੀ ਬੰਦਾ ਸਾਡੀ ਸਟੇਜ ਤੋਂ ਸਿਆਸੀ ਬੋਲ ਨਹੀਂ ਸਕਦਾ, ਸਿਆਸੀ ਪਾਰਟੀ ਸਾਡੀਆਂ ਸਟੇਜਾਂ ਦੇ ਨੇੜੇ ਨਹੀਂ ਆ ਸਕਦੀ। ਪਰ ਨਾਲ ਉਹਨਾਂ ਨੇ ਇਹ ਵੀ ਗੱਲ ਆਖੀ ਸੀ, ਉਹ ਕਹਿੰਦੇ ਦਿੱਲੀ ਦੀਆਂ ਬਹੁਤ ਸਾਰੀਆਂ ਸੜਕਾਂ ਸੁੰਨੀਆਂ ਪਈਆਂ ਨੇ, ਜਿੱਥੇ ਕੋਈ ਕਿਸਾਨ ਜਥੇਬੰਦੀ ਨਹੀਂ ਬੈਠੀ, ਕਿਤੇ ਕੋਈ ਕਿਸਾਨ ਆ ਕੇ ਨਹੀਂ ਬੈਠਿਆ। ਆ ਕੇ ਤੁਸੀਂ ਆਪੋ ਆਪਣੇ ਮੋਰਚੇ ਗੱਡ ਲਾਓ, ਆ ਕੇ ਆਪੋ ਆਪਣੇ ਟੈਂਟ ਲਾ ਲਓ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਸਮਰਥਨ ਕਰਦੇ ਹਾਂ। ਤੁਹਾਨੂੰ ਲੱਗਦਾ ਹੈ ਕਿ ਅੱਜ ਸੁਰਖੀਆਂ ਰਾਹੁਲ ਗਾਂਧੀ ਦੀ ਬਣ ਗਈਆਂ, ਅੱਜ ਕਿਸੇ ਹੋਰ ਕਾਂਗਰਸੀ ਸੰਸਦ ਮੈਂਬਰ ਜਾਂ ਵਿਧਾਇਕ ਦੀਆਂ ਬਣ ਗਈਆਂ, ਕਿਉਂਕਿ ਚੰਡੀਗੜ੍ਹ ਰਾਜ ਭਵਨ ਵੀ ਘੇਰਨ ਗਏ ਸੀ, ਪਾਣੀ ਦੀਆਂ ਵਾਛੜਾਂ ਅੱਜ ਕਾਂਗਰਸੀਆਂ ਤੇ ਵੀ ਪਈਆਂ ਨੇ। ਤੁਹਾਡੇ ਵਾਲੇ ਦੱਸਿਓ ਵੀ ਕਿੱਥੇ ਨੇ? ਤੁਸੀਂ ਤਾਂ ਇਹ ਵੀ ਕਹਿੰਦੇ ਸੀ ਕਿ ਕਿਸਾਨਾਂ ਦੀ ਜੇਕਰ ਇੱਕੋ ਇੱਕ ਪਾਰਟੀ ਤਾਂ ਸ਼੍ਰੋਮਣੀ ਅਕਾਲੀ ਦਲ ਹੈ। ਤੁਹਾਡੇ ਕੋਲੋਂ ਪੰਥਕ ਵੋਟ ਟੁੱਟੀ, ਤੁਸੀਂ ਸਿਰਸੇ ਵਾਲੇ ਬਾਬੇ ਨਾਲ ਗੰਢ ਸੰਢ ਕੀਤੀ, ਤੁਸੀਂ ਉਹਨੂੰ ਮੁਆਫੀ ਦਵਾਈ। ਉਹਦੇ ਤੋਂ ਬਾਅਦ ਬਰਗਾੜੀ ਕਾਂਡ ਤੁਹਾਡੀ ਸਰਕਾਰ ਵੇਲੇ ਵਾਪਰਿਆ ਤੇ ਕੋਈ ਇਨਸਾਫ ਨਹੀਂ ਮਿਲਿਆ। ਪੰਥਕ ਵੋਟ ਤਾਂ ਤੁਸੀਂ ਉਦੋਂ ਖੁੱਸ ਗਈ ਤੁਹਾਡੇ ਕੋਲੋਂ, ਤੇ ਰਹਿੰਦੀ ਖੁੰਦੀ ਕਿਸਾਨੀ ਵੋਟ। ਤੁਸੀਂ ਇਹ ਦੱਸੋ ਬੀਬਾ ਹਰਸਿਮਰਤ ਕੌਰ ਬਾਦਲ ਜੀ ਕਿ ਜਦੋਂ ਆਰਡੀਨੈਂਸ ਬਣੇ ਕਿ ਤੁਸੀਂ ਕੇਂਦਰੀ ਵਜ਼ਾਰਤ ਦਾ ਹਿੱਸਾ ਸੀ ਜਾਂ ਨਹੀਂ? ਜਦੋਂ ਬਿੱਲ ਇਹ ਲਿਆਂਦੇ ਗਏ ਕਿ ਤੁਸੀਂ ਉਸ ਵਕਤ ਹਿੱਸਾ ਸੀ ਜਾਂ ਨਹੀਂ? ਜਦੋਂ ਤੁਹਾਨੂੰ ਲੱਗਿਆ ਕਿ ਹੁਣ ਤਾਂ ਕੰਮ ਖਰਾਬ ਹੁੰਦਾ ਜਾ ਰਿਹਾ, ਕੇਂਦਰੀ ਵਜ਼ਾਰਤ ਵੀ ਛੱਡੀ ਤੇ ਨੂੰਹ ਸੱਸ ਵਾਲਾ ਰਿਸ਼ਤਾ ਵੀ ਛੱਡਿਆ, ਤੇ ਹੁਣ ਚਾਹੁੰਦੇ ਕੀ ਹੋ? ਤੁਹਾਨੂੰ ਤੁਹਾਡੇ ਹਲਕੇ ਦੇ ਲੋਕਾਂ ਨੇ ਸ਼ੀਸ਼ਾ ਬੀਤੇ ਦਿਨੀ ਦਿਖਾਇਆ। ਇੱਕ ਉਹ ਪਰਿਵਾਰ ਜਿਨ੍ਹਾਂ ਦਾ ਇੱਕ ਪਰਿਵਾਰਕ ਮੈਂਬਰ ਸ਼ਹਾਦਤ ਦਾ ਜਾਮ ਪੀ ਗਿਆ, ਉਹਨਾਂ ਨੇ ਕਿਹਾ ਸਾਨੂੰ ਤੁਹਾਡੇ ਅਫਸੋਸ ਦੀ ਲੋੜ ਨਹੀਂ। ਕਈ ਪਿੰਡਾਂ ਵਾਲਿਆਂ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਵੜਨ ਤੱਕ ਨਹੀਂ ਦਿੱਤਾ। ਤੁਸੀਂ ਰਾਹੁਲ ਗਾਂਧੀ ਦੀਆਂ ਗੱਲਾਂ ਘੱਟ ਕਰੋ, ਤੁਸੀਂ ਆਪਣਾ ਆਪ ਦੇਖੋ ਕਿ ਕੀ ਗੱਲ। ਰਾਹੁਲ ਗਾਂਧੀ ਬੈਠਾ ਸੀ, ਉਹਦੀਆਂ ਸੁਰਖੀਆਂ ਬਣ ਗਈਆਂ। ਤੁਸੀਂ ਦੱਸੋ ਕਿ ਤੁਹਾਡੇ ਪਰਿਵਾਰ ਦਾ ਕਿਹੜਾ ਮੈਂਬਰ ਬੀਤੇ ਮਹੀਨੇ ਤੋਂ ਜਾਂ ਬੀਤੇ 5-7 ਦਿਨਾਂ ਤੋਂ, 7 ਮਹੀਨੇ ਹੋ ਗਏ ਚੱਲਦਿਆਂ ਨੂੰ, ਵੀਡੀਓ ਤਾਂ ਤੁਹਾਡੀਆਂ ਸਾਨੂੰ ਲੱਭ ਰਹੀਆਂ ਨੇ ਕਿ ਤੁਸੀਂ ਇਹਨਾਂ ਦੇ ਹੱਕ ਵਿੱਚ ਭੁਗਤੇ ਹੋ। ਵੀਡੀਓ ਤੁਹਾਡੇ ਸਹੁਰਾ ਸਾਹਿਬ ਦੀ ਵੀ ਲੱਭ ਰਹੀ ਹੈ, ਭਾਵੇਂ ਤੁਸੀਂ ਕਹਿ ਕੇ ਬਣਵਾਈ ਹੋਵੇ, ਭਾਵੇਂ ਸੁਖਬੀਰ ਬਾਦਲ ਨੇ ਬਣਵਾਈ ਹੋਵੇ। ਪਰ ਕਿਤੇ ਉਹ ਵੀ ਦੱਸ ਦਿਓ ਕਿ ਜੇ ਤੁਸੀਂ ਉੱਥੇ ਕੇਂਦਰੀ ਵਜ਼ਾਰਤ ਦੇ ਵਿੱਚ ਬੈਠ ਕੇ ਜਦੋਂ ਆਰਡੀਨੈਂਸ ਬਣੇ ਹੋਣਗੇ, ਜਦੋਂ ਡਰਾਫਟ ਹੋਏ ਹੋਣਗੇ, ਵਜ਼ਾਰਤ ਦੇ ਵਿੱਚ ਕੈਬਨਿਟ ਦੇ ਵਿੱਚੋਂ ਵਿਚਾਰੇ ਗਏ ਹੋਣਗੇ, ਕਿ ਤੁਸੀਂ ਉਸ ਦਾ ਕਿਤੇ ਵਿਰੋਧ ਕੀਤਾ ਹੋਵੇ। ਟਵੀਟ ਤਾਂ ਤੁਹਾਡੇ ਅੱਜ ਸਾਨੂੰ ਨਜ਼ਰ ਆ ਰਹੇ ਨੇ ਜੀ। ਜੀ ਉਹੀ ਗੱਲ ਹੈ, ਮੈਨੂੰ ਤੇ ਉਹ ਵੀ ਗੱਲਾਂ ਯਾਦ ਆ ਜਦੋਂ ਸੁਖਬੀਰ ਬਾਦਲ ਇਦਾਂ ਕਰਕੇ ਪੇਪਰ ਦਿਖਾਉਂਦੇ ਹੁੰਦੇ ਸੀ, ਤੇ ਜਦੋਂ ਪੇਪਰ ਦਿਖਾਉਂਦੇ ਸੀ ਤੇ ਉਹਦੇ ਉੱਤੇ ਉਹਨਾਂ ਕਾਨੂੰਨਾਂ ਤੇ ਉਹਨਾਂ ਨੇ ਜਿਹੜਾ ਹਾਈਲਾਈਟਰ ਹੁੰਦਾ, ਹਾਈਲਾਈਟਰ ਫੇਰਿਆ ਹੁੰਦਾ ਸੀ ਕਿ ਇਹ ਵਧੀਆ ਨੇ, ਤੁਸੀਂ ਸਮਝ ਨਹੀਂ ਪਾ ਰਹੇ, ਤੁਸੀਂ ਸਮਝ ਨਹੀਂ ਪਾ ਰਹੇ, ਵਧੀਆ ਨੇ। ਕਿਉਂਕਿ ਉਹ ਗੱਲਾਂ ਹੁਣ ਭੁੱਲਦੀਆਂ ਨਹੀਂ ਨਾ, ਉਹ ਭੁੱਲਦੀਆਂ ਨਹੀਂ ਗੱਲਾਂ। ਹਾਲਾਂਕਿ ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ ਵੀ ਸਾਨੂੰ ਪੁੱਛਿਆ ਹੀ ਨਹੀਂ, ਸਾਨੂੰ ਦੱਸਿਆ ਹੀ ਨਹੀਂ, ਵੀ ਸਾਨੂੰ ਪਤਾ ਹੀ ਨਹੀਂ ਸੀ ਇਹਨਾਂ ਦਾ। ਮਤਲਬ ਇਸ ਤੋਂ ਇਲਾਵਾ ਹੁਣ ਇਸ ਕੋਈ ਹੋਰ ਐਕਸਕਿਊਜ਼ ਨਹੀਂ ਹੋ ਸਕਦਾ ਹੈਗਾ। ਪਰ ਇੰਨੀ ਗੱਲ ਇਹ ਆ ਕਿ ਚਲੋ ਇੰਨਾ ਵੀ ਹੋ ਗਿਆ, ਤੁਹਾਨੂੰ ਲੇਟ ਸਮਝ ਆਈ, ਤੁਹਾਨੂੰ ਨਹੀਂ ਸੀ ਪਤਾ। ਤੁਹਾਡੇ ਪੈਨਲਸ ਜਿਹੜੇ ਤੁਸੀਂ ਇੰਨੇ ਸਾਲਾਂ ਤੋਂ ਸਿਆਸਤ 'ਚ ਹੈਗੇ ਹੋ, ਤੁਸੀਂ ਜਿਹਨੂੰ ਸਿਆਸਤ ਦਾ ਬਾਬਾ ਬੋੜ ਕਹਿੰਦੇ ਆ, ਤੁਸੀਂ ਉਸ ਪਰਿਵਾਰ ਨਾਲ ਤਾਲੁਕ ਰੱਖਦੇ ਹੋ, ਤੁਸੀਂ ਫੇਰ ਵੀ ਨਾ ਸਮਝ ਰਹੇ, ਤੁਹਾਨੂੰ ਨਹੀਂ ਸਮਝ ਆਇਆ ਕਿ ਤੁਹਾਡੇ ਭਾਈਵਾਲ ਕੀ ਕਰ ਰਹੇ ਨੇ, ਤੇ ਤੁਸੀਂ ਉਸ ਚੀਜ਼ ਨੂੰ ਮੰਨੀ ਜਾ ਰਹੇ ਹੈਗੇ ਹੋ। ਸਾਰੀਆਂ ਚੀਜ਼ਾਂ ਸਮਝ ਆਉਂਦੀਆਂ। ਮੈਂ ਕੋਈ ਕਾਂਗਰਸੀ ਨਹੀਂ ਹੈਗੀ, ਮੈਂ ਕੋਈ ਅਕਾਲੀ ਨਹੀਂ ਹੈਗੀ, ਮੈਂ ਕਿਸੇ ਪਾਰਟੀ ਨੂੰ ਕੋਈ ਫੋਲੋ ਨਹੀਂ ਕਰਦੀ। ਪਰ ਜੇ ਅਗਲੇ 1.5 ਮਹੀਨਾ ਹੋ ਚੱਲਿਆ ਉਹਨਾਂ ਨੂੰ ਜੰਤਰ ਮੰਤਰ ਤੇ ਬੈਠਿਆਂ ਨੂੰ, 1.5 ਮਹੀਨਾ ਆਲਮੋਸਟ ਹੋ ਚੱਲਿਆ ਵੀ ਉਹ ਉੱਥੇ ਬੈਠੇ ਹੋਏ ਨੇ, ਜੇ ਉਹ ਉੱਥੇ